ਮਨਜਿੰਦਰ ਸਿੰਘ ਸਿਰਸਾ ਜੋ ਕਿਸਾਨਾਂ ਦੇ ਸਿੱਖਾਂ ਦੇ ਹਿੱਤ ਵਿੱਚ ਬੋਲਦੇ ਸੀਗੇ ਅੱਜ ਇੱਕਦਮ ਪੱਲਾ ਛੱਡ ਚੁੱਕੇ ਨੇ, ਕੋਈ ਹੋਰ ਪੱਲਾ ਫੜ ਲਿਆ, ਕਿਵੇਂ ਲੱਗ ਰਿਹਾ? ਮੈਂ ਕਹਿੰਦਾ ਵੀ ਕੈਪਟਨ ਸਾਹਿਬ ਤੇ ਇਹਨਾਂ 'ਚ ਕੁਝ ਜ਼ਿਆਦਾ ਫਰਕ ਜਿਹਾ ਨਹੀਂ ਨਜ਼ਰ ਆ ਰਿਹਾ। ਜਿਹੜੇ ਪਹਿਲਾਂ ਉਹ ਵੀ ਢੋਂਗੀ ਕਰ ਰਹੇ ਸੀ, ਵੀ ਦਿਖਾ ਰਹੇ ਸੀ ਮੈਂ ਮੀਟਿੰਗ ਕਰ ਰਿਹਾ, ਮੈਂ ਇਦਾਂ ਕਰ ਰਿਹਾ, ਵੀ ਅਸੀਂ ਤਾਂ ਕਿਸਾਨਾਂ ਨੂੰ ਰੋਕਿਆ ਹੀ ਨਹੀਂ ਪੰਜਾਬ 'ਚ, ਵੀ ਉੱਥੇ ਜਾਣ ਵਾਸਤੇ ਦਿੱਲੀ ਜਾਓ, ਅਸੀਂ ਕੁਝ ਨਹੀਂ ਰੋਕਿਆ। ਜੇ ਕਿਸਾਨਾਂ ਨੂੰ ਅਸੀਂ ਰੋਕ ਲੈਂਦੇ ਤੇ ਕਿਸਾਨ ਦਿੱਲੀ ਨਹੀਂ ਪਹੁੰਚ ਸਕਦੇ ਸੀ। ਮਤਲਬ ਹਮਦਰਦੀ ਜਤਾਈ ਇੱਕ ਤਰ੍ਹਾਂ ਦੀ, ਵੀ ਅਸੀਂ ਕੇਸ ਨਹੀਂ ਕੀਤੇ। ਇੱਦਾਂ ਹੀ ਸਿਰਸਾ ਸਾਹਿਬ ਸੀ, ਜਦੋਂ ਇਹਨਾਂ ਨੇ ਦੇਖਿਆ ਵੀ ਗੁਰਮੁਖੀ 'ਚੋਂ ਜਿਹੜਾ ਟੈਸਟ ਹੋਇਆ ਉਹਦੇ 'ਚ ਵੀ ਫੇਲ ਹੋ ਗਏ SGPC ਦੇ ਪ੍ਰਧਾਨ, ਤੇ ਆਪਣੇ ਚੋਣਾਂ ਵੀ ਹਾਰ ਗਏ। ਫਿਰ ਇਹਨਾਂ ਦਾ ਜਿਹੜਾ ਮਨੋਰਥ ਹੈ ਇਹਦੇ ਪਿੱਛੇ ਟੋਟਲੀ ਪੋਲੀਟਿਕਸ ਹੀ ਹੈ। ਮਤਲਬ ਪੋਲੀਟੀਸ਼ੀਅਨ ਕੁਝ ਵੀ ਕਰ ਸਕਦਾ। ਸਰਕਾਰ ਹੈ ਇਹ ਹਾਰੀ ਹੈ ਸਰਕਾਰ, ਇਹ ਕੋਈ ਸਾਨੂੰ ਇਹਨਾਂ ਨੇ ਤੋਹਫਾ ਨਹੀਂ ਦਿੱਤਾ। ਪੂਰਾ ਪਲੈਨਡ ਤਰੀਕੇ ਨਾਲ ਇਹ ਚੱਲੇ ਆ ਵੀ ਦੇਖੋ ਜੀ ਅਸੀਂ ਤਾਂ ਮੋਦੀ ਕਿਉਂਕਿ ਮੋਦੀ ਨੇ ਅਗੇਂਸਟ ਹੋ ਗਈ ਸੀ ਸਾਰੀ ਦੁਨੀਆ। ਫਿਰ ਇਹਨਾਂ ਨੇ ਉਸੇ ਸਕੀਮ ਦੇ ਤਹਿਤ ਇਹਨਾਂ ਨੇ ਗੱਠਜੋੜ ਤੋੜਿਆ, ਪ੍ਰੈਸ਼ਰ 'ਚ ਆਪ ਨਹੀਂ ਤੋੜਿਆ, ਪ੍ਰੈਸ਼ਰ 'ਚ ਤੋੜਿਆ। ਫਿਰ ਪ੍ਰੈਸ਼ਰ 'ਚ ਤੋੜ ਕੇ ਲੋਕਾਂ ਨੂੰ ਦਿਖਾਇਆ, ਲੋਕਾਂ ਨੂੰ ਸ਼ੋਅ ਕੀਤਾ ਵੀ ਅਸੀਂ ਤੁਹਾਡੇ ਹਮਦਰਦੀ ਹਾਂ। ਪਰ ਜਦੋਂ ਇਹ ਕਿਸਾਨ ਅੰਦੋਲਨ ਜਿੱਤਿਆ ਜਾਂਦਾ ਹੈ ਉਹ ਤੋਂ ਬਾਅਦ ਫਿਰ ਇਕੱਠੇ। ਤੁਹਾਨੂੰ ਲੱਗਦਾ ਹੈ ਕਿ ਜੇ ਦਿੱਲੀ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉੱਧਰ ਚਲੇ ਗਏ ਨੇ ਤੇ ਬਾਦਲ ਪਾਰਟੀ ਦੀ ਵੀ ਗੱਲ ਕਰ ਰਹੇ ਨੇ? ਬਿਲਕੁਲ ਜੀ, ਬਿਲਕੁਲ ਉਹ ਵੀ ਇਹਦੇ ਨਾਲ ਅੰਦਰੋਂ ਤਾਂ ਬਿਲਕੁਲ ਹੀ ਇਕੱਠੇ ਨੇ। ਪਹਿਲਾਂ ਇਹ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਲੜਾਈ ਕੀਤੀ ਜਾਂਦੀ ਹੈ, ਲੋਕਾਂ ਨੂੰ ਦਿਖਾਉਣ ਵਾਸਤੇ ਵਿਅੰਗ ਕਸੇ ਜਾਂਦੇ ਇੱਕ ਦੂਜੇ ਤੇ। ਇੱਕ ਤਾਂ ਹੋ ਗਏ ਨੇ ਇੱਧਰ, ਤੁਸੀਂ ਦੇਖੋ ਪਹਿਲਾਂ ਵਧਾਈਆਂ ਦਿੱਤੀਆਂ ਗੁਰਪੁਰਬ ਦੀਆਂ ਸਾਰੀਆਂ, ਆਪਣਾ ਇੱਥੇ ਬੈਨਰ ਸਟੇਜ ਦੇ ਲਾਗ ਲਾਏ ਗਏ, ਤੇ ਉਹ ਅੱਜ ਹੀ ਹਜੇ ਅਨਾਉਂਸਮੈਂਟ ਜਿਹੜੀ ਹੁੰਦੀ ਆ ਉਹ ਉਸ ਤੋਂ ਬਾਅਦ ਉਹ ਬੈਨਰ ਦਿਖੇ ਨਹੀਂ ਰਹੇ। ਅਸੀਂ ਦੇਖਣ ਗਏ ਸੀ ਵੀ ਕਿੱਥੇ ਨੇ ਉਹ। ਕਿਸਾਨ ਅੰਦੋਲਨ ਵਿੱਚ ਬੈਠੇ ਹੋਏ ਆ ਤਾਂ ਇਸੇ ਦੌਰਾਨ ਖਬਰ ਆਈ ਹੈ ਕਿ ਮਨਜਿੰਦਰ ਸਿੰਘ ਸਿਰਸਾ BJP ਜੁਆਇਨ ਕਰ ਚੁੱਕੇ ਨੇ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਸਤੀਫਾ ਦੇ ਚੁੱਕੇ ਨੇ। ਇਸ ਕਿਸਾਨ ਅੰਦੋਲਨ ਦੇ ਦੌਰਾਨ ਬਹੁਤ ਸਾਰੇ ਕੰਮ ਜਿਹੜੇ ਸੀਗੇ ਮਨਜਿੰਦਰ ਸਿੰਘ ਸਿਰਸਾ ਹੋਣਾ ਦੇ ਸਾਹਮਣੇ ਆਉਂਦੇ ਨੇ ਔਰ ਸਿੱਖ ਜਿਹੜੀ ਸੰਸਥਾ ਸੀਗੀ ਉਸ ਦੇ ਪ੍ਰਧਾਨ ਸਨ। ਇਸ ਹੋਣ ਦੇ ਨਾਤੇ ਇੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਸੀਗੇ ਲੰਗਰ ਲਾਏ ਗਏ, ਉਹਨਾਂ ਦੇ ਵਿੱਚ ਸੇਵਾ ਵੀ ਕਰਦੇ ਰਹੇ ਨੇ। ਜਦੋਂ ਕਿਸਾਨਾਂ ਦੇ ਉੱਪਰ ਪਰਚੇ ਦਰਜ ਹੁੰਦੇ ਨੇ ਤਾਂ ਉਹਦੇ ਲਈ ਜਿਹੜਾ ਲੜਾਈ ਵੀ ਲੜਦੇ ਨੇ ਔਰ ਹੋਰ ਵੀ ਬਹੁਤ ਸਾਰੇ ਕੰਮ ਜਿਹੜੇ ਕੀਤੇ ਨੇ ਉਸ 'ਤੇ ਵੀ ਅਸੀਂ ਗੱਲਬਾਤ ਕਰਦੇ ਹਾਂ। ਕਿਸਾਨ ਮੌਜੂਦ ਨੇ, ਉਹਨਾਂ ਦਾ ਕੀ ਕਹਿਣਾ ਹੈ ਜਦੋਂ ਇਹ ਖਬਰ ਆਈ ਹੈ ਕਿ ਮਨਜਿੰਦਰ ਸਿੰਘ ਸਿਰਸਾ ਜਿਹੜੇ ਨੇ ਉਹ ਹੁਣ ਭਾਜਪਾ ਜੁਆਇਨ ਕਰ ਚੁੱਕੇ ਨੇ, ਜਿਹਦੇ ਖਿਲਾਫ ਕਿਸਾਨ ਅਜੇ ਲੜਾਈ ਲੜ ਰਹੇ ਨੇ, ਅਜੇ ਮੋਰਚਾ ਜਿਹੜਾ ਬਾਕੀ ਹੈ। ਸੋ ਜਤਿੰਦਰ ਸਿੰਘ ਜੀ, ਅੱਜ ਖਾਸ ਖਬਰ ਸਾਹਮਣੇ ਆਈ ਹੈ, ਮਨਜਿੰਦਰ ਸਿੰਘ ਸਿਰਸਾ ਜੋ ਕਿਸਾਨਾਂ ਦੇ ਸਿੱਖਾਂ ਦੇ ਹਿੱਤ ਵਿੱਚ ਬੋਲਦੇ ਸੀਗੇ ਅੱਜ ਇੱਕਦਮ ਪੱਲਾ ਛੱਡ ਚੁੱਕੇ ਨੇ, ਕੋਈ ਹੋਰ ਪੱਲਾ ਫੜ ਲਿਆ, ਕਿਵੇਂ ਲੱਗ ਰਿਹਾ? ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਐਕਚੁਅਲੀ ਵੀ ਜਿਹੜਾ ਵੀ ਪਿੱਛੇ ਕਾਰਗੁਜ਼ਾਰੀ ਰਹੀ ਹੈ ਉਹਨਾਂ ਦੀ, ਕਈ ਵਾਰ ਗੱਲ ਅਸੀਂ ਸੋਚਦੇ ਸੀਗੇ ਵੀ ਬਹੁਤ ਜ਼ਿਆਦਾ ਵੀ ਕੁਛ ਜ਼ਿਆਦਾ ਹੀ ਦਿਖਾਉਣ ਦੀ ਕੋਸ਼ਿਸ਼ ਜ਼ਿਆਦਾ ਹੋ ਰਹੀ ਹੈ। ਜਿੱਦਾਂ ਮੈਂ ਕਹਿੰਦਾ ਵੀ ਕੈਪਟਨ ਸਾਹਿਬ ਤੇ ਇਹਨਾਂ 'ਚ ਕੁਝ ਜ਼ਿਆਦਾ ਫਰਕ ਜਿਹਾ ਨਹੀਂ ਨਜ਼ਰ ਆ ਰਿਹਾ। ਜਿਹੜੇ ਪਹਿਲਾਂ ਉਹ ਵੀ ਢੋਂਗੀ ਕਰ ਰਹੇ ਸੀ, ਵੀ ਦਿਖਾ ਰਹੇ ਸੀ ਮੈਂ ਮੀਟਿੰਗ ਕਰ ਰਿਹਾ, ਮੈਂ ਇਦਾਂ ਕਰ ਰਿਹਾ, ਵੀ ਅਸੀਂ ਤਾਂ ਕਿਸਾਨਾਂ ਨੂੰ ਰੋਕਿਆ ਹੀ ਨਹੀਂ ਪੰਜਾਬ 'ਚ, ਵੀ ਉੱਥੇ ਜਾਣ ਵਾਸਤੇ ਦਿੱਲੀ ਜਾਓ, ਅਸੀਂ ਕੁਝ ਨਹੀਂ ਰੋਕਿਆ। ਜੇ ਕਿਸਾਨਾਂ ਨੂੰ ਅਸੀਂ ਰੋਕ ਲੈਂਦੇ ਤੇ ਕਿਸਾਨ ਦਿੱਲੀ ਨਹੀਂ ਪਹੁੰਚ ਸਕਦੇ ਸੀ। ਮਤਲਬ ਹਮਦਰਦੀ ਜਤਾਈ ਇੱਕ ਤਰ੍ਹਾਂ ਦੀ, ਵੀ ਅਸੀਂ ਕੇਸ ਨਹੀਂ ਕੀਤੇ। ਇੱਦਾਂ ਹੀ ਸਿਰਸਾ ਸਾਹਿਬ ਸੀ, ਜਦੋਂ ਇਹਨਾਂ ਨੇ ਦੇਖਿਆ ਵੀ ਗੁਰਮੁਖੀ 'ਚੋਂ ਜਿਹੜਾ ਟੈਸਟ ਹੋਇਆ ਉਹਦੇ 'ਚ ਵੀ ਫੇਲ ਹੋ ਗਏ SGPC ਦੇ ਪ੍ਰਧਾਨ, ਤੇ ਆਪਣੇ ਚੋਣਾਂ ਵੀ ਹਾਰ ਗਏ। ਫਿਰ ਇਹਨਾਂ ਦਾ ਜਿਹੜਾ ਮਨੋਰਥ ਹੈ ਇਹਦੇ ਪਿੱਛੇ ਟੋਟਲੀ ਪੋਲੀਟਿਕਸ ਹੀ ਹੈ। ਮਤਲਬ ਪੋਲੀਟੀਸ਼ੀਅਨ ਕੁਝ ਵੀ ਕਰ ਸਕਦਾ, ਚਾਹੇ ਉਹ ਆਪਣਾ ਧਰਮ ਵੀ ਛੱਡ ਕੇ ਜਾਂ ਧਰਮ ਦੀ ਲੜਾਈ ਛੱਡ ਕੇ ਦੂਜੇ ਪਾਸੇ ਉਹਦੇ ਪਾਸੇ ਹੋ ਜਾਣਾ। ਇਹ ਗੱਲ ਨੂੰ ਬਿਲਕੁਲ ਵੀ ਮੁਨਕਰ ਨਹੀਂ ਕਰਨਾ ਚਾਹੀਦਾ। ਵੀ ਦੇਖੋ ਵੀ ਜਿਹੜੀ ਸਰਕਾਰ ਹੈ ਇਹ ਹਾਰੀ ਹੈ ਸਰਕਾਰ, ਇਹ ਕੋਈ ਸਾਨੂੰ ਇਹਨਾਂ ਨੇ ਤੋਹਫਾ ਨਹੀਂ ਦਿੱਤਾ। ਇਹ ਸਾਡੀਆਂ 700 ਤੋਂ ਵਧੇਰੇ ਜਿਹੜੀਆਂ ਸ਼ਹੀਦੀਆਂ ਹੋਈਆਂ, ਜਿਹੜਾ 1 ਸਾਲ ਤੋਂ ਸਿੱਧਕ ਸੀ ਸਾਡੀਆਂ ਮਾਵਾਂ ਦਾ, ਸਾਡੇ ਬਜ਼ੁਰਗਾਂ ਦਾ, ਉਸ ਤੋਂ ਵੱਧ 1 ਸਾਲ ਤੋਂ ਵੱਧ ਇੱਥੇ ਹੋ ਗਿਆ। ਹੁਣ ਸਾਨੂੰ 2 ਮਹੀਨੇ ਅਸੀਂ ਪੰਜਾਬ 'ਚ। ਕਿੱਦਾਂ ਦੇਖਦੇ ਹੋ ਇੱਕਦਮ ਪਾਰਟੀ ਬਦਲ ਲੈਣਾ? 700 ਕਿਸਾਨਾਂ ਦੀ ਸ਼ਹਾਦਤ ਜਿਹੜੀ ਉਸ ਉੱਪਰ ਦੀ ਤੁਸੀਂ ਗੱਲ ਕੀਤੀ ਹੈ, ਉਹ ਸ਼ਹਾਦਤ ਜਿਹੜੀ ਸੀ ਉਹ ਇੱਕ ਪਾਸੇ ਰਹਿ ਗਈ ਤੇ ਜਿਹੜਾ ਪਾਰਟੀ ਦੂਜੀ ਜੁਆਇਨ ਕਰਨੀ, ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਇਹਨਾਂ ਨੂੰ ਤਾਂ ਅਸਲ 'ਚ ਜਿਹੜਾ ਇਹਨਾਂ ਨੇ ਬਸ ਦੇਖਿਆ ਵੀ ਹੁਣ ਖੁੱਲ੍ਹ ਕੇ ਆਉਣ ਦਾ ਟਾਈਮ ਆ ਗਿਆ, ਵੀ ਹੁਣ ਤਾਂ ਜਦੋਂ ਮੋਦੀ ਸਾਹਿਬ ਨੇ ਐਲਾਨ ਕਰਤਾ ਹੀ ਆ ਤੇ ਹੁਣ ਤਾਂ ਕਿਸਾਨ ਵਿਰੋਧ ਵੀ ਨਹੀਂ ਕਰਨਗੇ। ਤੇ ਅਸਲ ਚਿਹਰਾ ਵਿੱਚੋਂ ਨਿਕਲਿਆ, ਜਿਹੜੇ ਇਹਨਾਂ ਦਾ ਪਹਿਲਾਂ ਜਿਹੜਾ ਚਿਹਰਾ ਸੀ, ਜਿਹੜਾ ਗੱਠਜੋੜ ਪਹਿਲਾਂ ਤੋਂ ਸੀ, ਜਿਹੜਾ ਲੋਕਾਂ ਸਾਹਮਣੇ ਟੁੱਟ ਗਿਆ ਸੀ, ਪਰ ਉਹ ਲੋਕਾਂ ਸਾਹਮਣੇ ਟੁੱਟਿਆ ਸੀ।
ਅੰਦਰੋਂ ਇਹ ਟੁੱਟਿਆ ਨਹੀਂ ਸੀ। ਇਹ ਸਿਰਫ ਜਿਹੜਾ ਪੰਜਾਬ 'ਚ ਇਹ ਇੱਕ ਤਰ੍ਹਾਂ ਦਾ ਇਹਨਾਂ ਨੇ ਇੱਕ ਪੂਰਾ ਪਲਾਨਡ ਤਰੀਕੇ ਨਾਲ ਇਹ ਚੱਲੇ ਆ ਵੀ ਦੇਖੋ ਜੀ ਅਸੀਂ ਤਾਂ ਮੋਦੀ ਕਿਉਂਕਿ ਮੋਦੀ ਨੇ ਅੰਗੇਜਡ ਹੋ ਗਈ ਸੀ ਸਾਰੀ ਦੁਨੀਆ, ਫਿਰ ਇਹਨਾਂ ਨੇ ਉਸੇ ਸਕੀਮ ਦੇ ਤਹਿਤ ਇਹਨਾਂ ਨੇ ਗੱਠਜੋੜ ਤੋੜਿਆ ਪ੍ਰੈਸ਼ਰ 'ਚ, ਆਪ ਨਹੀਂ ਤੋੜਿਆ, ਪ੍ਰੈਸ਼ਰ 'ਚ ਤੋੜਿਆ। ਫਿਰ ਪ੍ਰੈਸ਼ਰ 'ਚ ਤੋੜ ਕੇ ਲੋਕਾਂ ਨੂੰ ਦਿਖਾਇਆ, ਲੋਕਾਂ ਨੂੰ ਸ਼ੋਅ ਕੀਤਾ ਵੀ ਅਸੀਂ ਤੁਹਾਡੇ ਹਮਦਰਦੀ ਆ। ਪਰ ਜਦੋਂ ਇਹ ਕਿਸਾਨ ਅੰਦੋਲਨ ਜਿੱਤਿਆ ਜਾਂਦਾ ਹੈ ਉਹ ਤੋਂ ਬਾਅਦ ਫਿਰ ਇਕੱਠੇ। ਸੋ ਇਹ ਯਾਨੀ ਕਿ ਹੁਣ ਤੁਹਾਨੂੰ ਲੱਗਦਾ ਹੈ ਕਿ ਜੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਧਰ ਚਲੇ ਗਏ ਨੇ ਤੇ ਬਾਦਲ ਪਾਰਟੀ ਦੀ ਵੀ ਗੱਲ ਕਰ ਰਹੇ ਹੋ? ਨੇ ਬਿਲਕੁਲ ਜੀ, ਬਿਲਕੁਲ ਉਹ ਵੀ ਇਹਦੇ ਨਾਲ ਅੰਦਰੋਂ ਤਾਂ ਬਿਲਕੁਲ ਹੀ ਇਕੱਠੇ ਨੇ ਪਹਿਲਾਂ ਤੋਂ। ਇਹ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਲੜਾਈ ਕੀਤੀ ਜਾਂਦੀ ਹੈ, ਲੋਕਾਂ ਨੂੰ ਦਿਖਾਉਣ ਵਾਸਤੇ ਵਿਅੰਗ ਕਸੇ ਜਾਂਦੇ ਇੱਕ ਦੂਜੇ ਤੇ। ਇੱਕ ਤਾਂ ਹੋ ਗਏ ਨੇ ਇੱਧਰ ਤੁਸੀਂ ਦੇਖੋ, ਪਹਿਲਾਂ ਵਧਾਈਆਂ ਦਿੱਤੀਆਂ ਗੁਰਪੁਰਬ ਦੀਆਂ ਸਾਰੀਆਂ, ਆਪਣਾ ਇੱਥੇ ਬੈਨਰ ਸਟੇਜ ਦੇ ਲਾਗ ਲਾਏ ਗਏ, ਤੇ ਉਹ ਅੱਜ ਹੀ ਹਜੇ ਅਨਾਉਂਸਮੈਂਟ ਜਿਹੜੀ ਹੁੰਦੀ ਆ ਉਹ ਉਸ ਤੋਂ ਬਾਅਦ ਉਹ ਬੈਨਰ ਦਿਖੇ ਨਹੀਂ ਰਹੇ। ਅਸੀਂ ਦੇਖਣ ਗਏ ਸੀ ਵੀ ਕਿੱਥੇ ਨੇ ਉਹ। ਤੇ ਬੀਤੇ ਦਿਨ ਹੀ ਸੁਣਿਆ ਜਾ ਰਿਹਾ ਹੈ ਕਿ ਬੀਤੇ ਦਿਨ ਹੀ ਉਹ ਬੈਨਰ ਲਾ ਦਿੱਤੇ ਗਏ, ਯਾਨੀ ਕਿ ਪ੍ਰੀ ਪਲਾਨ ਸਾਰਾ ਕੁਝ ਚੱਲ ਰਿਹਾ। ਬਿਲਕੁਲ ਜੀ, ਬਿਲਕੁਲ ਪਹਿਲਾਂ ਤੁਸੀਂ ਸੰਗਤਾਂ ਨੂੰ ਵਧਾਈ ਦਿੰਦੇ ਹੋ ਇੱਕ ਤਰ੍ਹਾਂ ਵੀ, ਮਤਲਬ ਤੁਸੀਂ ਐਨ ਕਿਸਾਨੀ ਹਤੈਸ਼ੀ ਬਣ ਕੇ। ਉਸ ਤੋਂ ਬਾਅਦ ਇੱਕ ਦਿਨ ਬਾਅਦ ਫਿਰ ਉਹ ਐਡਾ ਡਰ ਕਿਉਂ, ਫਿਰ ਲਾਏ ਕਿਉਂ? ਸੋ ਬੜੀ ਵੱਡੀ ਗੱਲ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਬੈਨਰ ਲੱਗੇ ਹੋਏ ਸੀਗੇ ਮਨਜਿੰਦਰ ਸਿੰਘ ਸਿਰਸਾ ਹੋਰਾਂ ਦੇ, ਔਰ ਨੌਜਵਾਨ ਇਹ ਦੱਸ ਰਹੇ ਨੇ ਕਿ ਬੈਨਰ ਜਿਹੜੇ ਉਹ ਪਹਿਲਾਂ ਉਤਾਰ ਦਿੱਤੇ ਗਏ। ਤੁਸੀਂ ਦੇਖ ਕੇ ਆਏ, ਹੁਣ ਬੈਨਰ ਹੈ ਨਹੀਂ। ਹਾਂਜੀ ਬਿਲਕੁਲ, ਜਦੋਂ ਸਾਨੂੰ ਅੱਜ ਹੀ ਜਿਹੜਾ ਇਹ ਖਬਰ ਦਾ ਪਤਾ ਲੱਗਿਆ ਵੀ ਸਿਰਸਾ ਸਾਹਿਬ ਜਿਹੜੇ ਉਧਰ ਚਲੇ ਗਏ ਆ, ਬੀਜੇਪੀ ਦੇ ਚਲੇ ਗਏ ਆ, ਤਾਂ ਅਸੀਂ ਤੁਰੰਤ ਇੱਥੋਂ ਦੇਖਣ ਗਏ ਤਾਂ ਉਹ ਜਿਹੜੇ ਸਾਰੇ ਬੈਨਰ ਹੈ ਸਾਰੇ ਦੇ ਸਾਰੇ ਉਹ ਲਾ ਦਿੱਤੇ ਗਏ ਆ। ਔਰ ਉਹ ਜਿਹੜੇ ਰਾਜਨੀਤਿਕ ਨੇਤਾ ਸੀਗੇ, ਪਹਿਲਾਂ ਹੀ ਇਹਨਾਂ ਦਾ ਅਕਸ ਖਰਾਬ ਸੀ, ਉਹਨੇ ਹੋਰ ਖਰਾਬ ਕਰਤਾ ਲੋਕਾਂ ਦਾ ਭਰੋਸਾ ਜਿਹੜਾ। ਕੰਗਣਾ ਰਣੌਤ ਦੇ ਲਈ ਪਰਚਾ ਦਰਜ ਕਰਾਇਆ ਹੋਇਆ ਤੇ ਕਿਹਾ ਇਹ ਗਿਆ ਸੀਗਾ ਕਿ ਸਿੱਖਾਂ ਦੀਆਂ ਭਾਵਨਾਵਾਂ, ਕਿਸਾਨਾਂ ਦੀਆਂ ਭਾਵਨਾਵਾਂ ਨੂੰ ਜਿਹੜੀ ਠੇਸ ਪਹੁੰਚੀ ਹੈ, ਕਿਉਂਕਿ ਇੱਕ ਬੜਾ ਤਕੜਾ ਟਵੀਟ ਆਉਂਦਾ ਹੈ ਉਹਦਾ ਸਿੱਖਾਂ ਦੇ ਪ੍ਰਤੀ 1984 ਨੂੰ ਲੈ ਕੇ, ਔਰ ਸਾਰਿਆਂ ਨੂੰ ਪਤਾ ਹੈ ਕਿ ਉਹ ਟਵੀਟ ਕੀ ਸੀਗਾ। ਸੋ ਉਸ ਤੋਂ ਬਾਅਦ ਕੇਸ ਦਰਜ ਹੁੰਦਾ ਹੈ ਤੇ ਹੁਣ ਕੀ ਉਹ ਕੇਸ ਤੁਹਾਨੂੰ ਲੱਗਦਾ ਹੈ ਕਿ ਉਹ ਅੱਗੇ ਲੜਨਗੇ ਜਾਂ ਉਸ ਪਾਰਟੀ ਵਿੱਚ ਜਾ ਕੇ ਜਿਹਦੀ ਸਪੋਰਟ ਕੰਗਣਾ ਰਣੌਤ ਸੀਗੀ ਕੇਸ ਰੱਦ ਹੋ ਜੂ? ਨਹੀਂ, ਵੈਸੇ ਤਾਂ ਇਹਦੇ ਬਾਰੇ ਸਿਰਸਾ ਸਾਹਿਬ ਹੀ ਜ਼ਿਆਦਾ ਦੱਸ ਸਕਦੇ ਆ ਕਿ ਉਹ ਕੀ ਉਹਨਾਂ ਦਾ ਅੱਗੇ ਪਲਾਨ ਹੋਏਗਾ। ਪਰ ਇਹ ਸਾਨੂੰ ਤਾਂ ਇਹ ਆ ਵੀ ਉਹਨਾਂ ਦੇ ਸਾਹਮਣੇ ਕਿਸ ਐਂਗਲ ਤੇ ਜਾਣਗੇ, ਕਿੱਦਾਂ ਜਾਣਗੇ। ਇਹਨਾਂ ਦੀ ਜਿਹੜੀ ਜ਼ਮੀਰ ਆ ਉਹ ਬਿਲਕੁਲ ਮਰੀ ਹੋਈ ਹੈ। ਤੁਸੀਂ ਇਹ ਦੇਖੋ, ਜਿਨ੍ਹਾਂ ਦੀ ਵਜ੍ਹਾ ਦੇ ਨਾਲ ਅਸੀਂ 1 ਸਾਲ ਹੋ ਗਿਆ ਸਾਨੂੰ ਇੱਥੇ ਬੈਠਿਆਂ ਨੂੰ ਸੜਕਾਂ ਦੇ ਉੱਪਰ, ਅੱਜ ਉਸੇ ਪਾਰਟੀ ਦੇ ਨਾਲ ਜਾ ਕੇ ਰਲ ਜਾਣਾ, ਉਹ ਵੀ ਤੁਸੀਂ ਇੱਥੇ ਜਿਹੜੀ ਆਪਣੀ ਭੂਮਿਕਾ ਸੇਵਾ ਜਿਹੜੀ ਲੰਗਰਾਂ ਦੇ ਵਿੱਚ ਸੇਵਾ ਕਰ ਰਹੇ ਹੋ, ਤੇ ਉਸ ਤੋਂ ਬਾਅਦ ਹਜੇ ਕਿਸਾਨ ਹੈ ਜਿਹੜੇ ਉਹ ਵਾਪਸ ਵੀ ਨਹੀਂ ਗਏ, ਉਸ ਤੋਂ ਪਹਿਲਾਂ ਹੀ ਤੁਸੀਂ ਹੁਣ ਉਸ ਪਾਰਟੀ ਦੇ ਨਾਲ ਬੀਜੇਪੀ ਦੇ ਨਾਲ ਜਾ ਕੇ ਤੁਸੀਂ ਰਲ ਜਾਓ। ਯਾਨੀ ਕਿ 700 ਕਿਸਾਨਾਂ ਉੱਪਰ ਜਿਹੜੀ ਸ਼ਹਾਦਤਾਂ, 700 ਤੋਂ ਉੱਪਰ ਕਿਸਾਨਾਂ ਦੀ ਸ਼ਹਾਦਤਾਂ ਹੋਈਆਂ, ਉਹਨਾਂ ਕਿਸਾਨਾਂ ਨੂੰ ਜਿਹੜੇ ਸ਼ਹਾਦਤਾਂ ਦੇ ਜ਼ਿੰਮੇਵਾਰ ਨੇ ਉਹਨਾਂ ਨਾਲ ਜਾਰੀ ਹੈ। ਬਿਲਕੁਲ, ਮੈਂ ਤਾਂ ਇਹ ਸਮਝਦਾ ਉਹਨਾਂ ਜ਼ਿੰਮੇਵਾਰਾਂ ਦੇ ਵਿੱਚ ਸ਼ਾਮਲ ਹੋ ਗਏ ਆ ਇਹ ਕਿਤੇ ਨਾ ਕਿਤੇ। ਹਾਂ, ਇਹ ਉਹਨਾਂ ਦੇ ਵਿੱਚ ਸ਼ਾਮਲ ਹੋ ਗਏ। ਇਹਦੇ ਲਈ ਫਿਰ ਉਹ ਸਿੱਧਾ ਦਾ ਸਿੱਧਾ ਉਹਨਾਂ ਦੇ ਉੱਪਰ ਵੀ ਇਹ ਚੀਜ਼ ਦਾ ਭਾਰ ਪਊਗਾ ਕਿ ਸ਼ਹਾਦਤਾਂ ਲਈ ਉਹ ਵੀ ਜ਼ਿੰਮੇਵਾਰ ਨੇ। ਬਿਲਕੁਲ, ਕਿਤੇ ਨਾ ਕਿਤੇ ਜਿਹੜੀ ਅੱਜ ਤਾਈਂ ਇਹਨਾਂ ਨੇ ਕੀਤੀ ਹੈ ਸਾਡੇ ਹਿਸਾਬ ਨਾਲ, ਜਿਹੜੀ ਸੇਵਾ ਕੀਤੀ ਹੈ ਉਹ ਵੀ ਇੱਕ ਢੋਂਗ ਹੀ ਸੀ ਇੱਥੇ। ਉਹ ਜਿਹੜਾ ਸੀਗਾ ਇਹ ਸਿਆਸਤੀ ਇੱਥੇ ਕਰ ਰਹੇ ਸੀਗੇ ਸਾਡੇ ਕਿਸਾਨਾਂ ਦੇ ਸਿਰ ਤੇ। ਚਲੋ ਉਹ ਦੂਸਰੇ ਪਾਸੋਂ ਨਹੀਂ, ਜਿੱਦਾਂ ਵੀਰ ਨੇ ਰਾਣੇ ਨੇ ਗੱਲ ਕੀਤੀ ਹੈ, ਗੁਰਮੁਖੀ ਤੱਕ ਜਿਹੜੇ ਨਹੀਂ ਕਲੀਅਰ ਫੇਲ ਹੋ ਜਾਂਦੇ, ਜਿਹੜੇ ਟੈਸਟ ਨਹੀਂ ਪਾਸ ਕਰ ਸਕੇ, ਤਾਂ ਉਹ ਸਾਡੇ ਸਿੱਖਾਂ ਦੇ ਵਿੱਚ ਰਹਿਣ ਦੇ ਲਾਇਕ ਵੀ ਨਹੀਂ ਸੀਗੇ। ਇੱਕ ਤੁਸੀਂ ਕਿਹਾ ਲਾਇਕ ਨਹੀਂ ਸੀਗੇ, ਪਰ ਇੱਕ ਵੱਡਾ ਅਹੁਦਾ ਸੀਗਾ ਸਿੱਖਾਂ ਦੇ ਵਿੱਚ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਇਹ ਕਮੇਟੀਆਂ ਗੁਰਦੁਆਰਿਆਂ ਦੇ ਨਾਲ ਸੰਬੰਧਿਤ ਨੇ, ਸਿੱਖਾਂ ਨਾਲ ਸੰਬੰਧਿਤ ਨੇ, ਔਰ ਇਹਦੇ ਵਿੱਚ ਇੱਕ ਵੱਡਾ ਅਹੁਦਾ, ਪ੍ਰਧਾਨਗੀ ਦਾ ਅਹੁਦਾ, ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਅਹੁਦਾ ਸੀਗਾ। ਔਰ ਉਹ ਨੁਮਾਇੰਦਾ ਬੰਦਾ, ਚੁਣਿਆ ਹੋਇਆ ਬੰਦਾ, ਪ੍ਰਧਾਨ ਜਿਹੜਾ ਆ, ਉਹ ਛੱਡ ਕੇ ਭਾਜਪਾ ਨਾਲ ਰਲ ਜਾਂਦਾ ਆ, ਜਿਹੜੀ ਕਿ ਕਿਸਾਨ ਵਿਰੋਧੀ ਸੀਗੀ, ਔਰ ਕਿਤੇ ਨਾ ਕਿਤੇ ਅੱਤਵਾਦੀ ਜੀ ਕਿਸਾਨਾਂ ਨੂੰ, ਸਿੱਖਾਂ ਨੂੰ, ਖਾਲਿਸਤਾਨੀ ਬਹੁਤ ਕੁਝ ਬੋਲਿਆ ਗਿਆ। ਸੋ ਉਹਨੂੰ ਕਿੱਦਾਂ ਦੇਖਦੇ ਹੋ ਕਿ ਇੱਕ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲਾ ਬੰਦਾ ਉਧਰ ਚਲੇ ਗਿਆ ਭਾਜਪਾ ਦੇ ਵਿੱਚ, ਔਰ ਇੱਕਦਮ ਤੁਹਾਨੂੰ ਕਿਵੇਂ ਲੱਗਿਆ ਇਹ ਸੁਣ ਕੇ? ਇਹ ਸੁਣ ਕੇ ਸਾਨੂੰ ਤਾਂ ਬੜੀ ਹੈਰਾਨੀ ਹੋਈ ਹੈ, ਔਰ ਮੇਰੇ ਹਿਸਾਬ ਦੇ ਨਾਲ ਇਹ ਜਿਹੜਾ ਸਾਰਾ ਹੈਗਾ ਉਹ ਪਲਾਨ ਦੇ ਅਧੀਨ ਹੋਇਆ। ਇਹ ਕਿਤੇ ਨਾ ਕਿਤੇ ਅਕਾਲੀ ਦਲ ਦੇ ਵਿੱਚ ਆ ਜਿਹੜਾ ਇੱਕ ਪੁਲ ਦਾ ਕੰਮ ਕਰੇਗਾ, ਇੱਕ ਪੁਲ ਦਾ ਕੰਮ ਕਰੇਗਾ। ਕਿਤੇ ਨਾ ਕਿਤੇ ਸਾਡੀ ਇਹ ਸ਼ੰਕਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਅਕਾਲੀ ਦਲ ਵੀ ਬੀਜੇਪੀ ਦੇ ਨਾਲ ਜਾਏਗੀ ਹੀ ਜਾਏਗੀ। ਅਕਾਲੀ ਦਲ ਬੀਜੇਪੀ ਦੇ ਨਾਲ ਜਾਏਗੀ। ਸੋ ਵੱਡਾ ਸਵਾਲ ਜਿਹੜਾ ਆ ਉਹ
ਅੱਗੇ ਖੜਾ ਹੈ ਕਿ ਇਹ ਪੁਲ ਜਿਹੜਾ ਆ ਹੁਣ ਬਾਕੀਆਂ ਦੇ ਲਈ ਜਿਹੜਾ ਸੀਗਾ ਅੱਗੇ ਜਾਣ ਦਾ ਰਸਤਾ ਬਣੇਗਾ, ਕਿਉਂਕਿ ਜਿਹੜੀ ਬਾਦਲ ਪਾਰਟੀ ਸੀਗੀ ਕਿਸਾਨਾਂ ਦਾ ਵਿਰੋਧ ਦੇਖਦੇ ਹੋਏ ਉਹਨਾਂ ਨੇ ਆਪਣਾ ਗੱਠਜੋੜ ਸੀਗਾ ਜਿਹੜਾ ਉਹ ਤੋੜ ਲਿਆ ਸੀਗਾ, ਕਿਉਂਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਵਿਰੋਧ ਹੋਇਆ। ਹਾਲਾਂਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਵੀਡੀਓ ਦੇ ਰਾਹੀਂ ਕਿਸਾਨਾਂ ਨੂੰ, ਪੰਜਾਬ ਦੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਾਨੂੰਨ ਅੱਛੇ ਹੈ, ਪਰੰਤੂ ਫਿਰ ਵੀ ਕਿਸਾਨ ਜਿਹੜੇ ਸੀਗੇ ਉਹ ਅੜੇ ਹੋਏ ਸੀਗੇ ਕਾਨੂੰਨ ਮਾੜੇ ਆ। ਸੋ ਭਾਜਪਾ ਜਿਹੜੀ ਸੀਗੀ ਉਹ ਇਸ ਦੇ ਪੱਖ ਵਿੱਚ ਸੀਗੀ, ਫਿਰ ਅਕਾਲੀ ਦਲ ਬਾਦਲ ਨੂੰ ਹਾਰ ਕੇ ਇਹਨਾਂ ਦਾ ਪੱਲਾ ਛੱਡਣਾ ਪਿਆ। ਪਰੰਤੂ ਹੁਣ ਕਿਤੇ ਨਾ ਕਿਤੇ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਦੁਬਾਰਾ ਗੱਠਜੋੜ ਜਿਹੜਾ ਉਹ ਹੋ ਸਕਦਾ ਹੈ ਇਸ ਪਾਰਟੀ ਦੇ ਨਾਲ। ਸੋ ਕੰਗਨਾ ਰਣੌਤ ਵਾਲਾ ਮੁੱਦਾ ਜੇ ਅਸੀਂ ਗੱਲ ਕਰੀਏ ਤਾਂ ਲਮਕ ਸਕਦਾ ਹੈ ਹੁਣ ਉਹਦੇ ਤੇ ਕਿਤੇ ਜਿਹੜਾ ਸੀਗਾ ਪਹਿਲਾਂ ਕਿਹਾ ਜਾ ਰਿਹਾ ਸੀਗਾ ਕਿ ਅਸੀਂ ਇਨਸਾਫ ਦਿਵਾਵਾਂਗੇ, ਹੁਣ ਉਹ ਵਾਪਸ ਲੈ ਲੈਣਗੇ ਕੇਸ। ਮੈਨੂੰ ਲੱਗਦਾ ਹੈ ਵੀ ਦੁਚਿੱਤੀ ਚ ਆ ਗਏ ਹੋਣੇ ਉਹ ਤਾਂ ਜੀ ਵੀ ਚੱਕਰ ਕੀ ਪੈ ਗਿਆ ਇਹ ਵੀ ਹੁਣ ਮੈਂ ਕੀ ਕਰੂੰਗਾ, ਕਿਉਂਕਿ ਜਦੋਂ ਉਹਨਾਂ ਨੂੰ ਇਹ ਜਾਂ ਤਾਂ ਆਫਰ ਹੋਇਆ ਜਾਂ ਜਿਵੇਂ ਵੀ ਹੋਇਆ ਉਹਨਾਂ ਨੇ ਡਿਸੀਜਨ ਤੇ ਲੈ ਲਿਆ, ਤੇ ਉਸ ਤੋਂ ਬਾਅਦ ਜਿਹੜਾ ਹੁਣ ਕੰਗਨਾ ਦੇ ਪ੍ਰਤੀ ਉਹਨਾਂ ਦਾ ਪ੍ਰਤੀਕਰਮ ਕੀ ਹੋਊਗਾ, ਜਿਹੜਾ ਕੇਸ ਹੈ ਉਹਨੂੰ ਅੱਗੇ ਲੈ ਕੇ ਜਾਣਗੇ ਜਾਂ ਨਹੀਂ ਲੈ ਕੇ ਜਾਣਗੇ, ਕਿਉਂਕਿ ਉਸ ਲੇਡੀ ਨੇ ਵੀ ਇੰਨਾ ਗਲਤ ਬੋਲਿਆ ਸਾਡੀਆਂ ਬੀਬੀਆਂ ਵਾਸਤੇ ਵੀ, ਸਾਡੇ ਸ਼ਹੀਦਾਂ ਵਾਸਤੇ। ਇਦਾਂ ਦੱਸਿਆ ਵੀ ਅਫਗਾਨਿਸਤਾਨ ਨਾਲੋਂ ਵੀ ਜਿਹੜਾ ਇੱਥੇ ਇੱਕ ਤਰ੍ਹਾਂ ਦਾ ਰਾਜ ਇਦਾਂ ਦਾ ਹੋ ਗਿਆ ਵੀ ਜੇ ਕਹਿੰਦੇ ਵੀ ਕਿਸਾਨਾਂ ਦੀ ਗੱਲ ਸੁਣ ਕੇ ਲੋਕਤੰਤਰ 'ਚ ਜੇ ਪ੍ਰਧਾਨ ਮੰਤਰੀ ਵੀ ਆਪਣਾ ਡਿਸੀਜਨ ਚੇਂਜ ਕਰ ਲੈਂਦਾ ਫਿਰ ਕਹਿੰਦੀ ਵੀ ਇਹ ਤਾਂ ਬਿਲਕੁਲ ਜਮਾ ਹੀ ਦੂਜਾ ਹੀ ਅਫਗਾਨ ਨਾਲ ਬੜੀ ਬੱਲੇ ਬੱਲੇ ਹੋਈ ਸੀਗੀ ਉਦੋਂ ਨਾ, ਜਦੋਂ ਪਰਚਾ ਦਰਜ ਕਰਾਇਆ ਸਾਰਿਆਂ ਨੇ ਬੜਾ ਐਪਰੀਸ਼ੀਏਟ ਕੀਤਾ ਸੀਗਾ ਕਿ ਹਾਂ ਬੜਾ ਅੱਛਾ ਕੰਮ ਕਰ ਰਹੇ ਨੇ, ਪ੍ਰਧਾਨ ਸਾਹਿਬ ਨੇ ਅੱਗੇ ਲੱਗੇ ਹੋਏ ਨੇ। ਸੋ ਪ੍ਰਧਾਨਗੀ ਨੂੰ ਕਿਤੇ ਨਾ ਕਿਤੇ ਲੋਕ ਕਬੂਲਦੇ ਵੀ ਨਜ਼ਰ ਆਉਂਦੇ ਸੀਗੇ। ਹੁਣ ਬਿਲਕੁਲ ਜੀ ਬਿਲਕੁਲ, ਅਸਲ 'ਚ ਹੁਣ ਉਹ ਲੋਕ ਵੀ ਮੈਂ ਕਹਿੰਦਾ ਵੀ ਸਵਾਲ ਕਰਨੇ ਚਾਹੀਦੇ ਆ ਸਾਨੂੰ, ਜਿਹੜੇ ਵੀ ਪਹਿਲੀ ਗੱਲ ਤਾਂ ਸਵਾਲ ਉਹਨਾਂ ਨੂੰ ਕਰਨੇ ਚਾਹੀਦੇ ਆ ਜਿਹੜੇ ਉਹਨਾਂ ਦੇ ਨਾਲ ਬਹਿੰਦੇ ਆ, ਜਿਹੜੇ ਉਹਨਾਂ ਦੇ ਨਾਲ ਸੀ ਬਿਲਕੁਲ, ਜਿਹੜੇ ਹਰ ਗੱਲ 'ਚ ਕਹਿੰਦੇ ਸੀ ਮਨਜਿੰਦਰ ਸਿੰਘ ਸਿਰਸਾ ਸਾਹਿਬ ਇਦਾਂ ਇਦਾਂ ਇਦਾਂ, ਤੇ ਉਹ ਸਵਾਲ ਕਰਨ। ਅੱਜ ਅਸੀਂ ਵੀ ਜਦੋਂ ਇੱਥੇ ਸੇਵਾ ਕਰਦੇ ਸੀ ਅੱਜ ਕਹਿੰਦੇ ਸੀ, ਅਸੀਂ ਵੀ ਕਹਿੰਦੇ ਸੀ ਵੀ ਵਧੀਆ ਸੇਵਾ ਕਰ ਰਹੇ ਆ, ਤੇ ਅੱਜ ਜਦੋਂ ਉਹਨਾਂ ਨੇ ਗਲਤ ਕੰਮ ਕੀਤਾ ਤੇ ਆਹੀ ਚੀਜ਼ ਇਹ ਮੈਨੂੰ ਲੱਗਦਾ ਅੰਦੋਲਨ ਚੇਂਜ ਕਰਕੇ ਲੈ ਕੇ ਆਇਆ। ਇੱਕ ਮੈਂ ਗੱਲ ਹੋਰ ਕਹਿਣਾ ਚਾਹੁੰਦਾ, ਜਿਹੜੀ ਇਹ ਸਾਡੀ ਗਲਤੀ ਆ ਅਸਲ 'ਚ, ਮੋਦੀ ਸਾਹਿਬ ਪੰਜਾਬ ਆਉਂਦੇ ਆ, ਅਸੀਂ ਲਿਆ ਕੇ ਉਹਨਾਂ ਦੇ ਸਿਰ ਤੇ ਪੱਗ ਰੱਖ ਦਿੰਦੇ ਆ, ਅਗਲਾ 2 ਮਿੰਟਾਂ 'ਚ ਪੱਗ ਰੱਖ ਕੇ ਲਿਆ ਕੇ ਉਸ ਤੋਂ ਬਾਅਦ ਹੀ ਭਾਸ਼ਣ ਦੇ ਤੋਂ ਬਾਅਦ ਥੱਲੇ ਰੱਖ ਦਿੰਦਾ। ਉਹ ਜਿਹੜੀ ਸਾਨੂੰ ਕੁਰਬਾਨੀਆਂ ਨਾਲ ਇੰਨੀਆਂ ਨਾਲ ਸਾਡੀ ਜਿਹੜੀ ਦਸਤਾਰ ਮਿਲੀ ਹੈ ਉਹ ਅਸੀਂ ਉਹਨਾਂ ਦੇ ਸਿਰ ਤੇ ਰੱਖ ਦਿੰਦੇ ਆ ਲਿਆ ਕੇ, ਚਾਹੇ ਕੇਜਰੀਵਾਲ ਸਾਹਿਬ ਆਉਂਦੇ ਆ ਲਿਆ ਕੇ ਉਹਨਾਂ ਦੇ ਸਿਰ ਤੇ ਰੱਖ ਦਿੰਦੇ ਆਪਾਂ। ਇਹ ਤਾਂ ਸਿਆਸੀ ਪਾਰਟੀਆਂ ਵਾਲੇ ਜਿਹੜੇ ਨੁਮਾਇੰਦੇ ਨੇ ਨਾ ਉਹ ਰੱਖਦੇ ਨੇ। ਸੋ ਜਿੱਥੇ ਕਿਤੇ ਅੱਜ ਤੁਸੀਂ ਇੱਥੇ ਖੜੇ ਹੋ, ਅੱਜ ਤੁਸੀਂ ਬਿੱਲਾਂ ਦਾ ਵਿਰੋਧ ਕੀਤਾ ਹੈ ਜਾਂ ਹੋਰਨਾਂ ਚੀਜ਼ਾਂ ਦਾ ਵਿਰੋਧ ਕੀਤਾ ਹੈ, ਤਾਂ ਇਹ ਪੰਜਾਬ ਦੇ ਲੋਕਾਂ ਨੂੰ ਖੁਦ ਸਮਝਣਾ ਪਏਗਾ ਕਿ ਅਸੀਂ ਆਪਣੇ ਇਤਿਹਾਸ ਨੂੰ, ਆਪਣੀ ਸਿੱਖੀ ਨੂੰ, ਆਪਣੀ ਵਿਰਾਸਤ ਨੂੰ ਕਿੱਦਾਂ ਸਾਹਮਣੇ। ਬਿਲਕੁਲ ਜੀ ਬਿਲਕੁਲ, ਇੱਥੇ ਜੇ ਸਾਡੀ ਕਿਤੇ ਲੜਾਈ ਹੋ ਜੇ, ਜੇ ਸਾਡੀ ਕਿਤੇ ਪੱਗ ਲੈ ਜਾਂਦੀ ਹੈ ਕਿਤੇ ਵੀ, ਤੇ ਸਾਡਾ ਜੱਗੀ ਬਾਬੇ ਦੀ ਆਪਾਂ ਐਗਜ਼ਾਮਪਲ ਲੈ ਲੈਂਦੇ। ਜੱਗੀ ਬਾਬੇ ਨੇ ਦੇਖੋ ਆਪਣੀ ਦਸਤਾਰ ਲੈਣ ਲਈ ਗਿਆ, ਉਹ ਦੁਬਾਰੇ ਗਿਆ, ਉਹ ਕਹਿੰਦਾ ਜੋ ਮਰਜ਼ੀ ਹੋ ਜੇ ਮੇਰੀ ਜਾਨ ਚਲੀ ਜਾਵੇ ਭਾਵੇਂ, ਪਰ ਮੈਂ ਆਪਣੀ ਦਸਤਾਰ ਲੈ ਕੇ ਜਾਣੀ ਹੈ। ਸੋ ਇਹ ਕਿਰਦਾਰ ਨੇ ਜੱਗੀ ਬਾਬੇ। ਇਹ ਤੇ ਸਿਆਸੀ ਲੀਡਰਾਂ ਦੇ ਸਿਆਸੀ ਲੀਡਰ ਨਹੀਂ, ਜੇ ਸਿਆਸੀ ਲੀਡਰ ਤਾਂ ਹੁਣ ਬਣ ਜਾ ਰਹੇ ਨੇ, ਜਦੋਂ ਇਹ ਪ੍ਰਧਾਨ ਸੀਗੇ ਫਿਰ ਉਹ ਸਿਆਸਤ ਵਾਲੇ ਕੰਮ 'ਚ ਉਦੋਂ ਕਿਰਦਾਰ ਇਹਨਾਂ ਦੇ ਕੀ ਸੀਗੇ ਤੇ ਜੱਗੀ ਬਾਬੇ ਹੋਣਾ ਦੇ ਕਿਰਦਾਰ ਕੀ ਨੇ, ਉਹ ਕਿੰਨਾ ਕੁ ਫਿਰ ਡਿਫਰੈਂਸ ਦਿਖਦਾ ਹੈ। ਅਸਲ 'ਚ ਜੱਗੀ ਬਾਬੇ ਉਹ ਨਹੀਂ, ਅਸਲੀ ਉਹਦੇ ਨੇ ਜੀ। ਉਹਨਾਂ ਦੀ ਗਰਜ ਜਿਹੜੀ ਨਿਕਲੀ ਅੰਦਰੋਂ ਮੇਰੇ ਹਿਸਾਬ ਨਾਲ ਉਹ ਕਿਸੇ ਦੇ ਉਹ ਪੋਲੀਟੀਕਲ ਨਹੀਂ ਸੀ, ਜਾਂ ਉਹ ਇੱਕ ਤਰ੍ਹਾਂ ਦੇ ਉਸ ਟਾਈਮ ਦਾ ਜਜ਼ਬਾਤ ਸੀ, ਉਸ ਟਾਈਮ ਦਾ ਮਾਹੌਲ ਸੀ ਜਿਹੜਾ ਉਹ ਅੰਦਰੋਂ ਤੁਸੀਂ ਦੇਖ ਕੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਅੰਦਰੋਂ ਦਿਲੋਂ ਨਿਕਲੀ ਆ। ਇਹ ਤਾਂ ਇਹਨਾਂ ਨੇ ਚਿਹਰੇ ਪਾਏ ਹੋਏ ਨੇ, ਚਿਹਰੇ ਸਿੱਖੀ ਰੂਪ ਨੇ, ਪਰ ਇਹ ਅੰਦਰੋਂ ਇਹ ਬਿਲਕੁਲ ਇੱਕ ਤਰ੍ਹਾਂ ਦਾ ਜਿਹੜਾ ਸਾਡੇ ਰੂਪ 'ਚ ਜਿਹੜਾ ਸਾਡਾ ਘਾਣ ਹੋ ਰਿਹਾ ਨਾ ਸਾਡੀ ਕੌਮ ਦਾ, ਉਹ ਇਦਾਂ ਹੀ ਹੋ ਰਿਹਾ। ਇਹਨਾਂ ਨੇ ਇਹ ਬਿਲਕੁਲ ਭੁੱਲ ਗਏ ਆ ਸਾਡੀਆਂ ਇੰਨੀਆਂ ਸ਼ਹੀਦੀਆਂ, ਇੰਨਾ ਕੂੜ ਪ੍ਰਚਾਰ ਕਰਿਆ ਕੰਗਨਾ ਨੇ, ਸਾਰਾ ਪੂਰੇ ਅੰਦੋਲਨ ਦੇ ਉਹਨਾਂ ਦੇਖੋ ਉਹਨੂੰ ਪਦਮ ਸ਼੍ਰੀ ਮਿਲਿਆ ਉਸ ਤੋਂ ਬਾਅਦ, ਠੀਕ ਹੈ। ਪਦਮ ਸ਼੍ਰੀ ਤੇ ਕਿੰਨੇ ਸਵਾਲ ਉੱਠੇ। ਮੈਂ ਕਹਿੰਦਾ ਵੀ ਪਦਮ ਸ਼੍ਰੀ ਅਗਲੀ ਵਾਰ ਵੀ ਜਿਹੜੇ ਵੀਰ ਨੂੰ ਕਿਸੇ ਨੂੰ ਪਦਮ ਸ਼੍ਰੀ ਮਿਲਦਾ, ਕੋਈ ਬੜਾ ਵੱਡਾ ਨਾਮ ਸੀ, ਉਹ ਬੜਾ ਵੱਡਾ ਪੁਰਸਕਾਰ ਸੀ। ਸਾਡੇ ਤਾਂ ਬਾਬਿਆਂ ਨੇ ਪਦਮ ਸ਼੍ਰੀ ਵਾਪਸ ਕਰਤੇ ਨੇ, ਬਾਬਾ ਸੇਵਾ ਸਿੰਘ ਹੋਣਾ ਨੇ ਜਾਂ ਬਹੁਤ ਸਾਰੇ, ਜੇ ਭਗਤ ਪੂਰਨ ਸਿੰਘ ਹੋਣੀ ਪਿੱਛੇ ਜਾਂਦੇ ਆ ਤਾਂ ਉਹਨਾਂ ਲਈ ਵੀ ਬੇਇੱਜ਼ਤੀ ਦੀ ਗੱਲ ਹੈ ਵੀ ਪਦਮ ਸ਼੍ਰੀ ਉਹਨੂੰ ਦਿੱਤਾ, ਵੀ ਮਤਲਬ ਇੰਨਾ ਬਸ ਪਦਮ ਸ਼੍ਰੀ ਦੀ ਇਹੀ ਬੁਕਤ ਰਹਿ ਗਈ ਹੈ। ਅਹਿਮੀਅਤ ਬਿਲਕੁਲ ਘਟਾਤੀ ਹੈ। ਕੰਗਨਾ ਰਣਾਵਤ ਦੀ ਕੀ ਦੇਣ ਸੀ, ਮਤਲਬ ਉਹਦੀ ਇਹੀ ਦੇਣ ਸੀ ਵੀ ਇਹਨਾਂ ਨੇ ਸਿੱਖਾਂ ਦੇ ਖਿਲਾਫ,
ਜਾਂ ਜਿਹੜੇ ਅੰਦੋਲਨ ਕਰ ਰਹੇ ਆ ਉਹਨਾਂ ਦੇ ਖਿਲਾਫ, ਜਾਂ ਸਾਡੀਆਂ ਮਾਵਾਂ ਦੇ ਖਿਲਾਫ, ਜਾਂ ਦੇਸ਼ ਦੇ ਜਿਹੜੇ ਕਿਸਾਨ ਹੈ ਉਹਨਾਂ ਦੇ ਖਿਲਾਫ ਜਿੰਨਾ ਵੀ ਇਹ ਕੂੜ ਪ੍ਰਚਾਰ ਕਰਨਗੇ ਉਹ ਬੀਜੇਪੀ ਵਾਲੇ ਉਹਨਾਂ ਨੂੰ ਆਪਣੇ ਹਿਸਾਬ ਨਾਲ ਕੋਈ ਵੀ ਪੁਰਸਕਾਰ ਦੇ ਦੇਣਗੇ। ਸੋ ਇਹ ਬਹੁਤ ਹੀ ਇੱਕ ਗੱਲ ਬਿਲਕੁਲ ਨਹੀਂ ਭੁੱਲਣੀ ਚਾਹੀਦੀ ਸਾਨੂੰ, ਜਿਹੜਾ ਤੁਸੀਂ ਗੱਲ ਕਹੀ ਸੀ ਵੀ ਜਿਹੜੀ ਬੀਜੇਪੀ ਆ ਇਹ ਆਪਣੀ ਸਾਡੀ ਸਿੱਖ ਵਿਰੋਧੀ ਸੀ, ਇਹ ਹੁਣ ਵੀ ਹੈਗੀ ਆ ਜੀ। ਇਹ ਸਿੱਖ ਵਿਰੋਧੀ ਹੁਣ ਵੀ ਹੈ। ਇਹ ਤਾਂ ਬਾਬੇ ਨਾਨਕ ਨੇ ਰਹਿਮਤ ਬਖਸ਼ਾਈ ਹੈ, ਇਹਨਾਂ ਦੇ ਮੂੰਹੋਂ ਇਹ ਗੱਲ ਨਿਕਲੀ ਹੈ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਸੀ ਇਹ ਤੋਂ ਬਿਨਾ ਕੋਈ ਚਾਰਾ ਨਹੀਂ। ਸੋ ਇਹ ਗੱਲ ਹੈ, ਇਹ ਹੁਣ ਵੀ ਹੈ। ਹੁਣ ਵੀ ਸਾਨੂੰ ਪੰਜਾਬੀਆਂ ਨੂੰ ਸਾਡੇ ਵੀਰ ਸਿੱਖਾਂ ਨੂੰ ਵੀ ਅਵੇਸਲੇ ਨਹੀਂ ਰਹਿਣਾ ਚਾਹੀਦਾ। ਇਹ ਕਿਤੇ ਨਾ ਕਿਤੇ ਘੁੰਮ ਵੜ ਕੇ ਪਾਉਣਗੇ ਜ਼ਰੂਰ। ਤੁਸੀਂ ਇੱਕ ਬਿਆਨ ਉਹਨਾਂ ਦਾ ਜ਼ਰੂਰ ਇਹ ਚੀਜ਼ ਦਿਮਾਗ 'ਚ ਰੱਖਿਓ, ਜਿਹੜੇ ਵੀ ਸਿੱਖ ਸੰਗਤ ਜਿਹੜੀ ਵੀ ਜਾਂ ਜਿਹੜੇ ਪੰਜਾਬੀ ਜਿਹੜੇ ਵੀ ਵੀਰ ਜਿਹੜੇ ਅੰਦੋਲਨ ਨਾਲ ਜੁੜੇ ਆ ਉਹ ਦੇਖ ਰਹੇ ਸੀ, ਉਹਨਾਂ ਨੇ ਕਿਹਾ ਵੀ ਅਸੀਂ ਕਿਸਾਨਾਂ ਦੇ ਇੱਕ ਵਰਗ ਨੂੰ ਇਹ ਗੱਲ ਸਮਝਾ ਨਹੀਂ ਪਾਏ, ਕਾਨੂੰਨ ਸਮਝਾ ਨਹੀਂ ਪਾਏ। ਉਹਨਾਂ ਨੇ ਇਦਾਂ ਨਹੀਂ ਕਿਹਾ ਵੀ ਕਾਨੂੰਨ ਗਲਤ ਹੈ, ਕਾਨੂੰਨ ਸਹੀ ਨੇ ਉਹਨਾਂ ਦੇ ਹਿਸਾਬ ਨਾਲ, ਵੀ ਉਹ ਕਦੇ ਵੀ ਦੁਬਾਰੇ ਵੀ ਲੈ ਕੇ ਚੀਜ਼ ਨੂੰ ਵਲ ਪਾ ਕੇ ਕਿਸੇ ਨਾ ਕਿਸੇ ਹਿਸਾਬ ਨਾਲ ਲੈ ਕੇ ਆਉਣਗੇ। ਇਹਨਾਂ ਨੇ ਵਾਪਸ ਕੀਤੇ ਆ, ਰੱਦ ਨਹੀਂ ਹੈਗਾ। ਉਹਨਾਂ ਨੇ ਇਦਾਂ ਨਹੀਂ ਸੋਚਿਆ ਵੀ ਇਹ ਰੱਦ ਕਰਤੇ ਆ ਜਾਂ ਕੁਝ ਵੀ ਆ। ਇਹ ਉਹਨਾਂ ਦਾ ਹਿਸਾਬ ਸੀ ਵੀ ਅਸੀਂ ਇਸ ਟਾਈਮ ਲਈ ਅਸੀਂ ਸਮਝਾ ਨਹੀਂ ਪਾਏ। ਜੀ ਬਿਲਕੁਲ ਬਿਲਕੁਲ। ਸੋ ਇਹ ਫੋਟੋ ਵੀ ਦਿਖਾਉਣ ਦੀ ਕਿਸਾਨ ਕੋਸ਼ਿਸ਼ ਕਰ ਰਹੇ ਨੇ। ਕਿਸਾਨ ਅੰਦੋਲਨ ਦੇ ਦੌਰਾਨ ਇਹ ਫੋਟੋ ਸੀਗੀ ਮਨਜਿੰਦਰ ਸਿੰਘ ਸਿਰਸਾ ਹੋਣਾ ਦੀ ਲੱਗੀ ਹੋਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਉੱਪਰ। ਸੋ ਕਿਤੇ ਨਾ ਕਿਤੇ ਇਹ ਬੋਰਡ ਹੁਣ ਦਿਖਾਈ ਨਹੀਂ ਦੇ ਰਹੇ। ਇਹ ਕਿਸਾਨ ਅੰਦੋਲਨ ਦੀ ਹੈ ਜੀ। ਇਹ ਬੋਰਡ 3 ਤੋਂ 4 ਲੱਗੇ ਸੀ। ਇੱਕ ਤਾਂ ਬਿਲਕੁਲ ਹਾਂ ਦਿੱਲੀ ਗੁਰਦੁਆਰਾ ਮੈਂ ਉੱਥੇ ਹੀ ਜਿਹੜਾ ਉੱਥੇ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਥੇ ਲੰਗਰ ਹੈ। ਜ਼ਰੂਰ ਕੈਮਰੇ ਤੇ ਦਿਖਾ ਦਿੱਤੀ ਜਾਵੇ ਇਹ ਫੋਟੋ। ਪਿੱਛੇ ਬੋਰਡ ਜਿਹੜਾ ਹੈ, ਪਿੱਛੇ ਬੋਰਡ ਤੁਸੀਂ ਦੇਖ ਸਕਦੇ ਹੋ ਲੱਗਿਆ ਹੋਇਆ। ਸੋ ਇਹ ਨੌਜਵਾਨ ਜਿਹੜੇ ਨੇ ਬੇਸ਼ੱਕ ਇੱਥੇ ਬੋਰਡ ਹੋਣ ਨਹੀਂ ਹੈਗੇ, ਪਰ ਇਹ ਕਿਸਾਨ ਅੰਦੋਲਨ 'ਚ ਲੱਗੇ ਸੀਗੇ ਤੇ ਹੁਣ ਇਹ ਬਿਲਕੁਲ ਸਾਰੇ ਕਿਤੇ ਵੀ ਦਿਖਾਈ ਨਹੀਂ ਦੇ ਰਹੇ। ਸੋ ਇਹਦਾ ਮਤਲਬ ਇਹ ਕੀ ਗੱਲ ਹੈ ਵੀ ਹਫਤਾ ਪਹਿਲਾਂ ਇਹ ਬੋਰਡ ਸਾਰੇ ਲੱਗੇ ਸੀ, ਇਹਨਾਂ ਨੇ ਬੜੇ ਚਾਅ ਨਾਲ ਲਵਾਏ ਆ, ਤੇ ਇੱਕੋ ਦਮ ਕਿਹੜਾ ਇਹਨਾਂ ਨੂੰ ਆਫਰ ਆ ਗਿਆ ਐਡਾ, ਕਿਹੜੀ ਗੱਲਬਾਤ ਐਡੀ ਹੋ ਗਈ? ਜਾਂ ਤਾਂ ਇਹਨਾਂ ਨੂੰ ਪਹਿਲਾਂ ਨਹੀਂ ਪਤਾ ਸੀ, ਇੱਕੋ ਲਗਤ ਇਹਨਾਂ ਦਾ ਮਤਲਬ ਚੇਂਜ ਆਇਆ ਮਾਈਂਡ 'ਚ, ਜਾਂ ਇਹਨਾਂ ਨੂੰ ਕੋਈ ਆਫਰ ਹੀ ਐਡਾ ਦਾ ਆ ਗਿਆ। ਸੋ ਇਹਨਾਂ ਨੇ ਇੱਕੋ ਲਗਤ ਸੋਚਿਆ। ਤੇ ਉਸ ਤੋਂ ਬਾਅਦ ਦੂਜੀ ਗੱਲ, ਫਿਰ ਉਹ ਜੇ ਲਾਏ ਸੀ ਤੇ ਤੁਰਵਾਏ ਕਿਉਂ ਹੈ? ਸੋ ਇਹ ਵੀ ਸਵਾਲ ਬਣਦਾ। ਇਹ ਸਵਾਲ ਅਸੀਂ ਤਾਂ ਕਰ ਹੀ ਰਹੇ ਹਾਂ, SGPC ਦਾ ਵੀ ਬਣਦਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਭ ਤੋਂ ਪਹਿਲਾਂ ਉਹਨਾਂ ਨੂੰ ਸਵਾਲ ਕਰਨਾ ਬਣਦਾ ਵੀ ਇਹ ਕਿਉਂ ਹੋਇਆ। ਤੇ ਉਹਨਾਂ ਨੂੰ ਇਹ ਚੀਜ਼, ਜੇ ਉਹ ਜਾ ਕੇ ਕੰਗਨਾ ਰਣਾਵਤ ਦੇ ਖਿਲਾਫ ਕੇਸ ਕਰ ਸਕਦੇ ਆ ਤੇ ਸਿੱਖ ਭਾਵਨਾਵਾਂ ਨੂੰ ਆਪਣਾ ਇਹ ਬਿਲਕੁਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਉਹਨਾਂ ਦੇ ਪ੍ਰਤੀ ਵੀ ਇੱਕ ਕੇਸ ਹੋਣਾ ਚਾਹੀਦਾ। ਬਿਲਕੁਲ। ਕਿਤੇ ਨਾ ਕਿਤੇ ਮਨਜਿੰਦਰ ਸਿੰਘ ਸਿਰਸਾ ਹੁਣੀ ਅਫਗਾਨਿਸਤਾਨ 'ਚ ਜਿਹੜੇ ਸਿੱਖ ਫਸੇ ਨੇ ਉਹਨਾਂ ਦੇ ਲਈ, ਜਾਂ ਕਿਤੇ ਹੋਰ ਨਾ ਥਾਵਾਂ ਤੇ ਜਿੱਥੇ ਵੀ ਕਿਤੇ ਸਿੱਖਾਂ ਦੇ ਨਾਲ ਧੱਕਾ ਹੁੰਦਾ ਹੈ, ਤਾਂ ਉੱਥੇ ਕਿਤੇ ਨਾ ਕਿਤੇ ਹਮੇਸ਼ਾ ਬੋਲਦੇ ਨਜ਼ਰ ਆਉਂਦੇ ਨੇ, ਚਾਹੇ ਜੰਮੂ ਕਸ਼ਮੀਰ ਹੋਵੇ ਚਾਹੇ ਕਿਤੇ ਵੀ। ਹੁਣ ਜਦੋਂ BJP 'ਚ ਜਾਣਗੇ ਤਾਂ BJP ਧੱਕਾ ਕਰੂਗੀ, ਤਾਂ ਕੀ ਮਨਜਿੰਦਰ ਸਿੰਘ ਸਿਰਸਾ ਹੁਣੀ ਉਸੇ ਤਰੀਕੇ ਨਾਲ ਬੋਲਣਗੇ ਫਿਰ? ਦੇਖੋ ਜੀ, ਪਹਿਲਾਂ ਤਾਂ ਹੁਣ ਜਿੱਦਾਂ ਇਹਨਾਂ ਦਾ ਪਿਛੋਕੜ ਹੀ ਲੈ ਲਈਏ ਆਪਾਂ। ਬਾਦਲ ਸਾਹਿਬ ਹੁਣੀ ਜਦੋਂ ਤਾਂ ਕਾਨੂੰਨ ਆਏ ਆ, ਉਦੋਂ ਤਾਂ ਪਰਿਵਾਰ ਦੇ ਤਿੰਨੋਂ ਮੈਂਬਰ ਜਿਹੜੇ ਵੱਡੇ ਬਾਦਲ ਸਾਹਿਬ, ਸੁਖਬੀਰ ਬਾਦਲ ਸਾਹਿਬ ਤੇ ਬੀਬੀ ਹਰਸਿਮਰਤ ਕੌਰ, ਇਹਨਾਂ ਨੇ ਤਾਂ ਸਮਝਾਉਣ 'ਚ ਕੋਈ ਕਸਰ ਨਹੀਂ ਛੱਡੀ ਸਾਰਿਆਂ ਨੂੰ ਵੀ ਇਹ ਤਾਂ ਬਿੱਲ ਬਹੁਤ ਵਧੀਆ ਨੇ, ਕਿਸਾਨਾਂ ਹਮਾਇਤੀ ਨੇ, ਕਿਸਾਨਾਂ ਦੇ ਭਲੇ ਲਈ ਨੇ। ਪਰ ਜਦੋਂ ਕਿਸਾਨਾਂ ਦਾ ਰੋਹ ਉਹਨਾਂ ਦੇ ਖਿਲਾਫ ਹੋ ਗਿਆ, ਫਿਰ ਉਹ ਕਿਸਾਨਾਂ ਵੱਲ ਨੂੰ ਆ ਗਏ। ਸੋ ਇਹੀ ਗੱਲ ਹੈ ਵੀ ਜਦੋਂ ਹੁਣ ਇਹਨਾਂ ਨੂੰ BJP 'ਚ ਗਏ ਤਾਂ ਹੈ ਇਹ, ਇਹਨਾਂ ਨੂੰ ਸ਼ਾਇਦ ਕੁਝ ਅਹੁਦਾ ਦਿਖਦਾ ਹੋਵੇ, ਸ਼ਾਇਦ ਕੋਈ ਵੱਡਾ ਅਹੁਦਾ ਜਾਂ ਕੋਈ ਵੱਡਾ ਲਾਲਚ ਦਿਖਦਾ ਹੋਵੇ, ਪਬਲਿਸਿਟੀ ਭਾਲਦੇ ਆ ਇਹ। ਠੀਕ ਹੈ, ਪਬਲਿਸਿਟੀ ਲਈ ਕਰ ਰਹੇ ਸਾਰਾ ਕੁਝ, ਜਿਹੜਾ ਵੀ ਕੁਝ ਕਰਦੇ ਆ। ਜਦੋਂ ਕੋਈ ਬੰਦਾ ਕੋਈ ਵੀ ਹੈ, ਜੇ ਅਸੀਂ ਕਿਸੇ ਨੂੰ ਵੀ ਲੈ ਲਈਏ, ਉਹ ਕੁਛ ਨਾ ਕੁਛ ਇਹੋ ਜਿਹੇ ਕੰਮ ਕਰਦਾ ਰਹਿੰਦਾ ਜਿਹਦੇ ਲਈ ਉਹ ਥੋੜਾ ਬਹੁਤਾ ਸਾਰੇ ਅਸੀਂ ਵੱਡੇ ਜਿਹੜੇ ਕੰਮ ਹੈ ਉਹਨੂੰ ਲੁਕਾਉਣ ਵਾਸਤੇ ਕੁਛ ਨਾ ਕੁਛ ਭਲਾਈ ਦੇ ਕੰਮ ਵੀ ਸਾਨੂੰ ਕਰਨੇ ਪੈਂਦੇ ਆ। ਅਸੀਂ ਤਾਂ ਉਸੇ ਨਜ਼ਰੀਏ ਨਾਲ ਦੇਖ ਰਹੇ ਵੀ ਸ਼ਾਇਦ ਇਹਨਾਂ ਨੇ ਇਹ ਤਾਂ ਹੀ ਕੁਛ ਕੀਤਾ ਵੀ ਤਾਂ ਕਿ ਕੁਛ ਸਿੱਖ ਸੰਗਤ ਵੀ ਇਹਨਾਂ ਦੇ ਨਾਲ ਰਵੇ। ਪਰ ਇਹਨਾਂ ਦਾ ਹੁਣ ਕਿਸਾਨਾਂ ਦਾ ਕੀ ਸਟੈਂਡ ਹੋਊਗਾ ਤੁਸੀਂ ਦੱਸਣਾ ਚਾਹੋਗੇ ਕਿ ਜਦੋਂ ਮਨਜਿੰਦਰ ਸਿੰਘ ਸਿਰਸਾ ਹੋਣੀ ਉਧਰ ਚਲੇ ਗਏ ਨੇ ਛੱਡ ਕੇ, ਹੁਣ ਕਿਉਂਕਿ ਪਹਿਲਾਂ ਕਿਸਾਨਾਂ ਦੇ ਲਈ ਬੋਲਦੇ ਸੀਗੇ, ਹੁਣ ਉਹ ਕਿਸਾਨਾਂ ਦੇ ਲਈ ਕੁਝ ਬੋਲਣਗੇ? ਕਿਉਂਕਿ ਅਜੇ ਮੁੱਦੇ ਬਾਕੀ ਨੇ, MSP ਦਾ ਮੁੱਦਾ ਹੈ, ਕੇਸ ਰੱਦ ਹੋਣੇ ਬਾਕੀ ਨੇ। ਜਿਹੜੇ ਕੇਸ ਮਨਜਿੰਦਰ ਸਿੰਘ ਸਿਰਸਾ ਹੁਣੀ ਲੜ ਰਹੇ ਸੀਗੇ, ਹੁਣ ਉਸ ਪਾਰਟੀ 'ਚ ਆ ਗਏ ਨੇ ਜਿਨ੍ਹਾਂ ਨੇ ਕੇਸ ਕਰਵਾਏ ਨੇ। ਕੀ ਹੁਣ ਇਸ ਮੁੱਦੇ ਦੇ ਉੱਪਰ ਮਨਜਿੰਦਰ ਸਿੰਘ ਸਿਰਸਾ ਹੁਣੀ ਬੋਲਣਗੇ? ਉਹਨਾਂ ਦੇ ਕੋਈ ਬੋਲ ਸਾਹਮਣੇ ਆਉਣਗੇ? ਨਹੀਂ, ਸਾਨੂੰ ਨਹੀਂ ਲੱਗਦਾ ਵੀ ਉਹ ਇਸ ਮੁੱਦੇ ਦੇ ਇਸ ਵਾਰ ਕੋਈ ਗੱਲ ਕਰਨਗੇ ਹੁਣ, ਕਿਉਂਕਿ BJP ਉਹਨਾਂ ਨੇ ਸ਼ਾਮਲ ਕਰ ਲਈ ਹੈ। BJP ਵੱਲੋਂ ਇਹ ਸਾਰੇ ਕੇਸ ਕੀਤੇ ਗਏ ਆ ਵੀ ਹੁਣ ਉਹ ਇਸ ਗੱਲਾਂ ਤੇ ਨਹੀਂ ਗੱਲ ਕਰ ਸਕਦੇ। ਇੱਕ ਗੱਲ ਹੋ ਸਕਦੀ ਜੀ ਹੋਰ, ਹੋ ਸਕਦਾ ਉਹਨਾਂ ਨੇ ਮਨਜਿੰਦਰ ਸਿੰਘ ਸਿਰਸੇ ਨੂੰ ਤਾਂ ਲਿਆ ਹੋਵੇ ਕਿਉਂਕਿ ਪ੍ਰੈਸ਼ਰ ਸਾਡਾ ਬਹੁਤ ਕ੍ਰੀਏਟ ਹੋ ਗਿਆ ਉਹਨਾਂ ਤੇ ਵੀ ਕੇਸ ਵਾਪਸ ਲਏ ਜਾਣ। ਮਨਜਿੰਦਰ ਸਿੰਘ ਸਿਰਸੇ ਨੂੰ ਆਪਣੀ ਪਾਰਟੀ 'ਚ ਲੈ ਕੇ
ਉਹਨਾਂ ਦੇ ਥਰੂ ਕੇਸ ਰੱਦ ਕਰਵਾਏ ਜਾਣ। ਜੀ ਸੋ ਇਹ ਹੋ ਸਕਦਾ ਕਿਉਂਕਿ ਪ੍ਰੈਸ਼ਰ ਤਾਂ ਉਹਨਾਂ ਤੇ ਬਣ ਗਿਆ ਵੀ ਕੇਸ ਰੱਦ ਕਰਨੇ ਪੈਣੇ ਇਹਨਾਂ ਨੂੰ। ਉਦੋਂ ਤੱਕ ਕਿਸਾਨ ਇੱਥੋਂ ਉੱਠਦੇ ਨਹੀਂ ਆ, ਮੰਗ ਰੱਖੀ ਆਪਾਂ। ਸੋ ਜਿਹੜੇ ਕੇਸ ਨੇ ਚਾਹੇ ਉਹ ਲਾਲ ਕਿਲੇ 'ਚ ਜਿਹੜੇ ਹੋਏ ਆ ਜਾਂ ਬਾਕੀ ਜਿਹੜੇ ਦਿੱਲੀ 'ਚ ਉਹ ਕੇਸ ਤਾਂ ਕਿਸਾਨਾਂ ਦੇ ਕੇਸ ਆ ਨਾ, ਰੱਦ ਤਾਂ ਬੀਜੇਪੀ ਨੇ ਕਰਨੇ ਹੈਗੇ ਆ। ਸੋ ਬੀਜੇਪੀ ਥਰੂ ਕਰਾਉਣਗੇ ਨਾ। ਇਹ ਕਹਿਣਗੇ ਮਨਜਿੰਦਰ ਸਿੰਘ ਸਿਰਸਾ ਹੁਣੀ ਕਹਿਣਗੇ ਵੀ ਅਸੀਂ ਰੱਦ ਕੀਤੇ। ਅਸੀਂ ਰੱਦ ਕਰਵਾਏ ਨੇ ਵੀ ਮੈਂ ਦੇਖੋ ਆ ਕੇ ਕਰਾਏ ਨੇ, ਜਿੱਦਾਂ ਕੈਪਟਨ ਸਾਹਿਬ ਕਹਿੰਦੇ ਸੀ ਵੀ ਮੈਂ ਇਦਾਂ ਕਰਵਾ ਦੇਣਾ, ਮੈਂ ਕਾਨੂੰਨ ਰੱਦ ਕਰਕੇ ਬਿੱਲ ਰੱਦ ਕਰਾ ਕੇ ਮੈਂ ਪਾਰਟੀ ਬਣਾ ਦੇਣੀ ਆ, ਮੈਂ ਇਦਾਂ ਕਰਨਾ। ਹੁਣ ਵੀ ਤਾਂ ਉਹ ਕਹਿੰਦੇ ਸੀ, ਹੁਣ ਵੀ ਤੁਸੀਂ ਦੇਖੋ ਅੱਗੇ ਇੰਦਰਾ ਗਾਂਧੀ ਦੇ ਜਿੱਦਾਂ ਜਨਮ ਦਿਨ ਆਉਂਦਾ ਸੀ ਜਾਂ ਉਹਨਾਂ ਦਾ ਜਿਹੜੀ ਉਹਨਾਂ ਦੀ ਡੈਥ ਹੋਈ ਆ ਉਦਣ ਪੱਕਾ ਕੈਪਟਨ ਸਾਹਿਬ ਦਾ ਕੋਈ ਨਾ ਕੋਈ ਕੋਟ ਆਉਂਦਾ ਸੀਗਾ ਫੇਸਬੁੱਕ ਤੇ ਜਾਂ ਟਵਿੱਟਰ ਤੇ। ਇਸ ਵਾਰ ਨਹੀਂ ਆਇਆ, ਪਰ ਮੋਦੀ ਸਾਹਿਬ ਨੂੰ ਪੱਕੀਆਂ ਵਧਾਈਆਂ ਦੇ ਰਹੇ ਨੇ ਉਹ। ਅੱਗੇ ਮੋਦੀ ਸਾਹਿਬ ਨੂੰ ਨਹੀਂ ਦਿੰਦੇ ਸੀ। ਸੋ ਇਹ ਚੇਂਜ ਆਇਆ ਟਾਈਮ 'ਚ। ਤੁਸੀਂ ਦੇਖੋ ਵੀ ਇਦਾਂ ਹੀ ਚੇਂਜ ਇਹਨਾਂ 'ਚ ਵੀ ਆਉਣਾ। ਸੋ ਜਿੱਦਾਂ ਇਹਨਾਂ ਦੇ ਸਾਡਾ ਨਿੱਜੀ ਵਿਚਾਰ ਇਹ ਹੋ ਸਕਦਾ ਵੀ ਇਹਨਾਂ ਨੂੰ ਅੱਗੇ ਮੁੱਖ ਰੱਖ ਕੇ ਕੇਸ ਇਹਨਾਂ ਦੇ ਮੂੰਹੋਂ ਕੁਹਾਇਆ ਜਾਊਗਾ ਵੀ ਦੇਖੋ ਜੀ ਮੈਂ ਰੱਦ ਕਰਵਾਇਆ। ਕੀ ਮੰਨਦੇ ਹੋ ਕਿ ਸਿੱਖਾਂ ਦੀ ਨੁਮਾਇੰਦਗੀ ਕਰਨਾ ਵੱਡਾ ਸੀਗਾ ਕਿ ਜਾਂ ਫਿਰ ਉਸ ਪਾਰਟੀ 'ਚ ਸ਼ਾਮਲ ਹੋਣਾ ਵੱਡਾ ਆ? ਕੀ ਅਹਿਮੀਅਤ ਰੱਖਦਾ ਹੈ ਇੱਕ ਸੱਚੇ ਸੁੱਚੇ ਇਨਸਾਨ ਦੇ ਲਈ ਉਹਦੀ ਗੁਰਸਿੱਖੀ, ਉਹਦਾ ਸਿੱਖਾਂ ਦੇ ਲਈ ਕੰਮ ਕਰਨਾ, ਉਹਦਾ ਆਪਣੇ ਧਰਮ ਦੇ ਲਈ ਕੰਮ ਕਰਨਾ, ਜਾਂ ਫਿਰ ਪੈਸੇ ਲਈ ਕੰਮ ਕਰਨਾ? ਕਿਉਂਕਿ ਸਿਆਸਤ ਦੇ ਵਿੱਚ ਮੇਨ ਰਾਜ ਕਰਨ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਪੈਸੇ ਦੇ ਲਈ ਜਾਂ ਸੱਤਾ ਦੇ ਲਈ ਜਿਹੜਾ ਉੱਥੇ ਪਹੁੰਚੇ ਹੋ। ਦੇਖੋ ਜੀ ਰਾਜ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਜੀ ਤੇ ਉਹਨਾਂ ਵਰਗਾ ਕਿਰਦਾਰ ਨਹੀਂ ਦੁਬਾਰੇ ਆ ਸਕਦਾ। ਜੀ ਤੇ ਜਿੱਦਾਂ ਉਹਨਾਂ ਨੇ ਰਾਜ ਕੀਤਾ ਵੀ ਹਰ ਧਰਮ ਨੂੰ ਪੂਰਾ ਆਪਣਾ ਧਰਮ, ਆਪਣੇ ਧਰਮ ਦੇ ਪ੍ਰਤੀ ਕੋਈ ਉਹਨਾਂ ਨੂੰ ਵੀ ਇਦਾਂ ਨਹੀਂ ਸੀ ਵੀ ਤੁਸੀਂ ਦੂਜੇ ਧਰਮ ਨੂੰ ਮੰਨਣਾ ਜਾਂ ਜਿਹੜੇ ਮਰਜ਼ੀ ਧਰਮ ਦੇ ਸੀ, ਬਿਲਕੁਲ ਉਦਾਂ ਦਾ ਰੱਖਿਆ। ਇੱਕ ਵੀ ਫਾਂਸੀ ਨਹੀਂ ਹੋਈ ਉਹਨਾਂ ਦੇ 40 ਸਾਲਾਂ ਦੇ ਰਾਜ 'ਚ। ਸੋ ਬਹੁਤ ਵਧੀਆ ਸੀਗਾ ਰਾਜ ਉਹ। ਪਰ ਇਹ ਨੇ ਜਿਹੜੇ ਦੇਖੋ ਬਾਹਰ ਦੇ ਗੋਰੇ ਆਉਂਦੇ ਸੀਗੇ ਉਹਨਾਂ ਦੇ ਰਾਜ 'ਚ ਆਪਣਾ ਡਿਊਟੀ ਕਰਨ, ਸੇਵਾ ਕਰਨ, ਜਿਹੜੇ ਆਪਣੀ ਜੌਬ ਕਰਨ ਆਉਂਦੇ ਸੀਗੇ। ਸੋ ਬਟ ਇੱਥੇ ਅੱਜ ਆਪਾਂ ਦੇਖੀਏ ਇਹਨਾਂ ਵਾਸਤੇ ਸਿਰਫ ਸੱਤਾ ਹੀ ਇੱਕ ਵੱਡੀ ਗੱਲ ਹੋ ਗਈ ਹੈ। ਇਹਨਾਂ ਨੂੰ ਸੇਵਾ ਤਾਂ ਇਹ ਜਾਣ ਕੇ ਲੋਕਾਂ ਨੂੰ ਆਪਣੇ ਉਲਝੇਵਿਆਂ 'ਚ ਲੈ ਲੈਂਦੇ ਨੇ। ਲੋਕਾਂ ਨੂੰ ਲੱਗਦਾ ਹੈ ਵੀ ਇਹ ਸਾਡੇ ਹੱਕ 'ਚ ਗੱਲ ਕਰਨਗੇ ਕੋਈ, ਪਰ ਇਹਨਾਂ ਦਾ ਮੇਨ ਮਕਸਦ ਹੈਗਾ ਇਹ ਵੀ ਸੱਤਾ ਪ੍ਰਾਪਤ ਕਰਨਾ ਤੇ ਧਿਰਾਂ ਤੇ ਰਾਜ ਤੇ ਇੱਕ ਧਿਰ ਬਣ ਕੇ, ਇੱਕ ਵੱਡਾ ਧਿਰ ਬਣ ਕੇ ਰਾਜ ਕਰਨਾ। ਸੇਵਾ ਸੂਵਾ ਤਾਂ ਜੀ ਜਿਸ ਤਰ੍ਹਾਂ ਬਾਦਲ ਸਾਹਿਬ ਵੀ ਕਹਿੰਦੇ ਇੱਦਾਂ ਦਾ ਰਾਜ ਨਹੀਂ ਸੇਵਾ। ਨਹੀਂ, ਇਹ ਤਾਂ ਬੜਾ ਜਰਨੈਲਾਂ ਦੀਆਂ ਗੱਲਾਂ ਕਰਦੇ ਨੇ ਮਨਜਿੰਦਰ ਸਿੰਘ ਸਿਰਸਾ ਹੋਣੀ। ਬੜਾ ਇਹਨਾਂ ਦੇ ਅਸੀਂ ਪੇਜ ਤੇ ਵੀ ਦੇਖਦੇ ਹਾਂ ਕਿ ਹਰ ਇੱਕ ਦਿਨ ਨੂੰ ਬੜਾ ਵੱਡੇ ਤਰੀਕੇ ਦੇ ਨਾਲ ਉਹਦੇ ਤੇ ਹਿਸਟਰੀ ਜਿਹੜੀ ਆ ਉਹ ਦੱਸਦੇ ਨੇ, ਸਿੱਖ ਇਤਿਹਾਸ ਹੈ ਜੋ ਵੀ ਹੈ। ਸੋ ਜਰਨੈਲ ਸੀਗੇ, ਜਰਨੈਲਾਂ ਦੇ ਜੋ ਕਿਰਦਾਰ ਸੀਗੇ। ਜੇ ਅਸੀਂ ਗੱਲ ਕਰਦੇ ਹਾਂ ਬਾਬਾ ਬਘੇਲ ਸਿੰਘ ਹੋਣਾ ਦੀ, ਜੀ ਅਸੀਂ ਗੱਲ ਕਰਦੇ ਹਾਂ ਹਰੀ ਸਿੰਘ ਨਲਵਾ ਹੋਣਾ ਦੀ, ਜੀ ਅਸੀਂ ਗੱਲ ਕਰਦੇ ਹਾਂ ਜੱਸਾ ਸਿੰਘ ਆਹਲੂਵਾਲੀਆ ਹੋਣਾ ਦੀ, ਕਿਰਦਾਰ ਸੀਗੇ ਉਹ ਝੁਕਦੇ ਨਹੀਂ ਸੀਗੇ, ਉਹ ਕਿਸੇ ਦੀ ਈਨ ਨਹੀਂ ਸੀਗੇ ਮੰਨਦੇ। ਸੋ ਇਤਿਹਾਸ ਨੂੰ ਦੱਸਣ ਵਾਲੇ ਉਹਨਾਂ ਕਿਰਦਾਰਾਂ ਤੋਂ ਕਿੰਨੀ ਕੁ ਸੇਧ ਲੈ ਸਕੇ? ਦੇਖੋ ਜੀ ਜਿਹੜਾ ਜਦੋਂ ਕੋਈ ਕਿਸੇ ਸਿੰਘ ਦਾ, ਕਿਸੇ ਸਾਡੇ ਜਿਹੜੇ ਪੁਰਾਣੇ ਯੋਧੇ ਹੋਏ ਆ ਉਹਨਾਂ ਦਾ ਕੋਈ ਸ਼ਹੀਦੀ ਦਿਹਾੜਾ ਆ ਜਾਂਦਾ ਜਾਂ ਜਨਮ ਦਿਨ ਆ ਜਾਂਦਾ, ਉਦੋਂ ਤਾਂ ਸਾਡੇ ਵਰਗੇ ਵੀ ਗੂਗਲ ਤੋਂ ਪੜ੍ਹ ਕੇ ਸਾਰਾ ਕੁਝ ਅਸੀਂ ਕੈਮਰੇ ਦੇ ਮੂਹਰੇ 5-10 ਮਿੰਟ ਬੋਲ ਲਈਦਾ। ਜੀ 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 ਹਾਂਜੀ, ਅਸਲੀ ਤਾਂ ਪੇਪਰਾਂ 'ਚ ਪਤਾ ਲੱਗ ਗਿਆ ਵੀ ਕਿੰਨੇ ਕੁ ਪਾਸ ਹੋਏ ਆ, ਕਿੰਨੇ ਕੁ ਫੇਲ ਹੋਏ ਕਿ ਪੇਪਰਾਂ ਦੇ ਵਿੱਚ ਹੁਣ ਕੀ ਹੋ ਗਿਆ? ਹਾਂਜੀ, ਗੁਰਮੁਖੀ 'ਚ ਦੇਖੋ ਤੁਸੀਂ ਉੱਥੇ ਫੇਲ ਹੋਏ ਆ ਨਾ, ਐਸਜੀਪੀਸੀ ਦੇ ਪ੍ਰਧਾਨ ਉੱਥੇ ਫੇਲ ਹੋ ਗਏ। ਹੁਣ 5 ਮਿੰਟ ਤੁਸੀਂ ਮੈਨੂੰ ਕਹਿ ਦਿਓ ਵੀ ਇਸ ਯੋਧੇ ਬਾਰੇ ਬੋਲਣਾ, ਮੈਂ ਤੁਹਾਨੂੰ ਗੂਗਲ ਤੋਂ ਪੜ੍ਹ ਕੇ 5 ਮਿੰਟਾਂ 'ਚ ਤੁਹਾਨੂੰ ਮੈਂ ਇੰਟਰਵਿਊ ਦੇ ਸਕਦਾ, ਅੱਧੇ ਘੰਟੇ ਦੀ। ਸੋ ਇਹ ਕੋਈ ਵੱਡੀ ਗੱਲ ਨਹੀਂ ਗੀ, ਪਰ ਗੱਲ ਇਦਾਂ ਵੀ ਉੱਥੇ ਪਤਾ ਲੱਗਾ ਨਾ ਅਸਲ 'ਚ ਵੀ ਕੀ ਬਣਿਆ। ਸੋ ਉੱਥੇ ਸਾਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਵੀ ਅਸੀਂ ਜਿਹੜੇ ਨੁਮਾਇੰਦੇ ਆਪਣੇ ਚੁਣਦੇ ਆ ਵੀ ਉਹਨਾਂ ਦਾ ਕਿਰਦਾਰ ਕੀ ਹੈ ਅਸਲ 'ਚ। ਸਾਨੂੰ ਸਵਾਲ ਕਰਨੇ ਚਾਹੀਦੇ ਆ ਜੀ, ਸਵਾਲਾਂ ਤੋਂ ਪਤਾ ਲੱਗੂਗਾ। ਯਾਨੀ ਕਿ ਜਿਹੜੀ ਪਾਰਟੀ ਅੱਤਵਾਦੀ ਕਹਿੰਦੀ ਸੀ, ਜਿਹੜੀ ਪਾਰਟੀ ਖਾਲਿਸਤਾਨੀ ਕਹਿੰਦੀ ਸੀ, ਜਿਹੜੀ ਪਾਰਟੀ ਮਾਇਓਵਾਦੀ ਕਹਿੰਦੀ ਸੀਗੀ, ਅੱਜ ਉਹ ਪਾਰਟੀ ਚੰਗੀ ਹੋਈ ਤਾਂ ਕਿਸਾਨ ਕੀ ਹੋਏ? ਕਿਸਾਨ ਤਾਂ ਜੀ ਹੁਣ ਅੱਤਵਾਦੀ ਹੋ ਗਏ ਕਿਸਾਨ। ਇਹ ਤਾਂ ਜੀ ਹੁਣ ਮੈਂ ਕਹਿੰਦਾ ਵੀ ਮਨਜਿੰਦਰ ਸਿੰਘ ਸਿਰਸਾ ਸਾਹਿਬ ਜਵਾਬ ਲੈਣ ਉਹਨਾਂ ਤੋਂ ਵੀ ਉਹ ਦੱਸਣ ਵੀ ਇਹ ਅੱਤਵਾਦੀ ਸੀਗੇ, ਇਹ ਵੱਖਵਾਦੀ ਸੀ, ਇਹਨਾਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਜਾਂ ਕੈਨੇਡਾ ਚਲੇ ਜਾਣਾ ਚਾਹੀਦਾ, ਵੀ ਇਹ ਨਕਸਲਾਈਟ ਵੀ ਕਿਹਾ ਸੁਖਬੀਰ ਸਿੰਘ ਬਾਦਲ ਨੇ ਤਾਂ ਇੱਕ ਵਾਰ। ਸੋ ਵੱਡੀਆਂ ਗੱਲਾਂ ਜੀ। ਹਾਂਜੀ, ਇੱਕ ਵਾਰ ਵੀ ਇਹ ਤਾਂ ਨਕਸਲਾਈਟ ਬੈਠੇ ਨੇ ਉੱਥੇ, ਉਹਨਾਂ ਦੇ ਬਿਆਨ ਨੇ। ਨਹੀਂ, ਸੁਖਬੀਰ ਸਿੰਘ ਬਾਦਲ ਦੀ ਤਾਂ ਅਸੀਂ ਬਾਅਦ ਚੋਂ ਗੱਲ ਕਰਾਂਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਹੋਣਾ ਨਾਲ ਤਾਂ ਉਹਨਾਂ ਦੀ ਸਾਂਝ ਸੀਗੀ ਨਾ। ਅਸੀਂ ਭਾਜਪਾ ਦੀ ਗੱਲ ਕਰ ਰਹੇ ਹਾਂ, ਅੰਦੋਲਨ ਜੀਵੀ ਨੇ, ਅੰਦੋਲਨ ਜੀਵੀ ਵੀ ਨੇ, ਬਿਲਕੁਲ ਇਹਨਾਂ ਨੇ ਵੀ ਕਿਹਾ ਸਾਨੂੰ। ਸੋ ਸੁਖਬੀਰ ਸਿੰਘ ਬਾਦਲ ਦਾ ਨਾਂ ਵਿੱਚੋਂ ਤਾਂ ਆ ਜਾਂਦਾ ਕਿਉਂਕਿ ਪੁਰਾਣਾ ਇਹਨਾਂ ਦਾ ਗੱਠਜੋੜ ਐਡਾ ਮੋਟਾ, ਐਡਾ ਵੀ ਮਤਲਬ ਤਕੜਾ ਮੋਟਾ ਗੱਠਜੋੜ ਰਿਹਾ ਇਹਨਾਂ ਦਾ ਵੀ ਉਹ ਸਾਡੇ ਵੀ ਦਿਲੋਂ ਨਿਕਲ ਨਹੀਂ ਰਿਹਾ। ਬਿਲਕੁਲ, ਜਿੱਥੇ ਕਿਤੇ ਟੈਸਟ ਜਿਹੜਾ ਉਹ ਕਲੀਅਰ ਨਹੀਂ ਹੋਇਆ ਉਸ ਤੋਂ ਬਾਅਦ ਵੀ ਪ੍ਰਧਾਨਗੀ ਮਿਲ ਗਈ।
ਬਿਲਕੁਲ ਜੀ ਬਿਲਕੁਲ, ਇਹ ਵੱਡੀ ਗੱਲ ਹੈ ਜੀ। ਦੇਖੋ ਵੀ ਪ੍ਰਿੰਸੀਪਲ ਇਹਨਾਂ ਨੇ ਉਹ ਲਾਇਆ ਜਿਹੜਾ ਪਹਿਲਾਂ ਹੀ ਫੇਲ ਹੋ ਗਿਆ ਸੀ। ਸੋ ਵੱਡੀ ਗੱਲ ਹੈ ਜੀ। ਉਸ ਤੋਂ ਬਾਅਦ ਵੀ ਹੁਣ ਦੇਖਦੇ ਹਾਂ ਸੁਖਬੀਰ ਸਿੰਘ ਬਾਦਲ ਦਾ ਕੀ ਟਵੀਟ ਆਉਂਦਾ। ਹੁਣ ਉਹ ਵੀ ਬੜੇ ਸਰਗਰਮ ਰਹਿੰਦੇ ਨੇ ਆਪਣਾ ਸੋਸ਼ਲ ਮੀਡੀਆ ਤੇ, ਵਧਾਈਆਂ ਦੇਣਗੇ ਮੈਨੂੰ ਲੱਗਦਾ। ਬਿਲਕੁਲ, ਉਹ ਫਿਰ ਕਾਫੀ ਵੱਡੇ ਪੱਧਰ ਦੇ ਉੱਪਰ ਉਹ ਜੁੱਤੀਆਂ ਲੈਣ ਜਾਂਦੇ ਨੇ, ਉਹ ਕੱਪੜੇ ਖਰੀਦਣ ਜਾਂਦੇ ਨੇ, ਉਹ ਖਾਣ ਪੀਣ, ਜਲੇਬੀਆਂ ਕੱਢਣ, ਉਹ ਸਾਰਾ ਕੰਮ ਜਿਵੇਂ ਉਹ ਹੁਣ ਇਸ ਸਮੇਂ ਵੋਟਾਂ ਦੀ ਜੋ ਮੰਗ ਹੈ ਉਸ ਹਿਸਾਬ ਨਾਲ ਕਰ ਰਹੇ ਨੇ। ਤੇ ਹੁਣ ਫਿਰ ਕਿਤੇ ਨਾ ਕਿਤੇ ਇੱਕ ਉਹਨਾਂ ਦਾ ਖਾਸ ਅਹੁਦੇਦਾਰ ਸੀਗਾ ਜਿਹੜਾ ਉਹ ਜਾ ਚੁੱਕਿਆ ਹੈ। ਤੇ ਹੁਣ ਕੀ ਲੱਗਦਾ ਵੀ ਅਗਲੀ ਤਿਆਰੀ ਕੀ ਹੋ ਸਕਦੀ ਹੈ? ਅਗਲਾ ਬੰਦਾ ਕਿਹਨੂੰ ਲਾ ਸਕਦੇ? ਨਹੀਂ ਜੀ, ਹੋ ਸਕਦਾ ਕੀ ਪਤਾ ਜਾਣ ਕੇ ਭੇਜੇ ਹੁਣ ਵੀ ਤੁਸੀਂ ਜਾ ਕੇ ਦੇਖੋ ਲੋਕਾਂ ਦਾ ਪ੍ਰਤੀਕਰਮ ਕੀ ਹੈ। ਬਾਅਦ ਚ ਅਸੀਂ ਹੌਲੀ ਹੌਲੀ ਪਿੱਛੇ ਪਿੱਛੇ ਆਉਂਦੇ ਤੁਹਾਡੇ। ਸੋ ਕੁਝ ਵੀ ਹੋ ਸਕਦਾ ਜੀ। ਵੱਡੇ ਰਾਜਨੀਤਿਕ ਬਾਬਾ ਬੋਰਡ ਰਾਜਨੀਤੀ ਦਾ ਬਣਾਇਆ ਹੋਇਆ ਪ੍ਰਕਾਸ਼ ਸਿੰਘ ਬਾਦਲ ਜੀ ਨੂੰ, ਉਹਨਾਂ ਦਾ ਹੁਣ ਕੀ ਪ੍ਰਤੀਕਰਮ ਹੋਊਗਾ ਇਹਦੇ ਪਿੱਛੇ ਜਾਂ ਕੀ ਹਿਸਾਬ ਕਿਤਾਬ ਹੈ ਜੀ, ਦੇਖਦੇ ਆਂ ਵੀ ਕੀ ਕਰਦੇ। ਡੱਬਾ ਟ੍ਰੇਨ ਦਾ ਇੰਜਨ ਚੱਲ ਪਿਆ, ਡੱਬੇ ਪਿੱਛੇ ਦੇਖਦੇ ਵੀ ਕਿੰਨੇ ਆਉਂਦੇ ਕਿੰਨੇ ਨਹੀਂ। ਯਾਨੀ ਕਿ ਇੰਜਣ ਹੁਣ ਮਨਜਿੰਦਰ ਸਿੰਘ ਸਿਰਸਾ ਨੇ ਤੇ ਮਗਰ ਡੱਬੇ ਫਿਰ ਆਪਾਂ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਪਾਰਟੀ ਨੂੰ ਕਹਿ ਸਕਦੇ ਹਾਂ, ਹਾਂ। ਪਾਰਟੀ ਨੂੰ ਇਹ ਕਹਿ ਸਕਦੇ ਆ ਵੀ ਡੱਬੇ ਆਣਗੇ, ਪਿੱਛੇ ਦੇਖਦੇ ਆ ਕਿੰਨੇ ਕੁ ਦਿਨਾਂ ਚ ਆਉਂਦੇ ਆ ਜੀ। ਮਨਜਿੰਦਰ ਸਿੰਘ ਸਿਰਸਾ ਹੋਣਾ ਦੇ ਬੀਜੇਪੀ ਜੁਆਇਨ ਕਰਨ ਦੇ, ਭਾਜਪਾ ਨੂੰ ਜੁਆਇਨ ਕਰਨ ਤੇ ਕਿਸਾਨਾਂ ਦਾ ਪ੍ਰਤੀਕਰਮ ਜਿਹੜਾ ਉਹ ਤੁਹਾਨੂੰ ਦਿਖਾ ਰਹੇ ਆ। ਕਿਤੇ ਨਾ ਕਿਤੇ ਜਿੱਥੇ ਮਨਜਿੰਦਰ ਸਿੰਘ ਸਿਰਸਾ ਹੋਣਾ ਨੇ ਬਹੁਤ ਵੱਡੇ ਪੱਧਰ ਤੇ ਇੱਥੇ ਜਿਹੜੇ ਕੰਮ ਕੀਤੇ ਸੀਗੇ, ਉਹਦੇ ਤੇ ਵੀ ਕਿਤੇ ਨਾ ਕਿਤੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਇਹਨਾਂ ਨੂੰ ਕੀ ਲੱਗਦਾ ਸੀਗਾ ਉਸ ਸਮੇਂ ਦੇ ਦੌਰਾਨ। ਲੱਗਦਾ ਸੀ ਕਿਤੇ ਨਾ ਕਿਤੇ ਕਿ ਉਹ ਢੋਂਗ ਵੀ ਹੋ ਸਕਦਾ ਹੈ, ਪਰੰਤੂ ਫਿਰ ਵੀ ਕਿਤੇ ਨਾ ਉਹ ਕੰਮ ਜਿਹੜੇ ਉਹ ਕੀਤੇ ਨੇ, ਉਹ ਕਿਸਾਨਾਂ ਨੂੰ ਜਿਹੜਾ ਸੀਗਾ ਰਿਹਾ ਜ਼ਰੂਰ ਕਰਵਾਇਆ ਗਿਆ ਹੈ। ਔਰ ਉਸ ਦੇ ਨਾਲ ਨਾਲ ਹੋਰ ਵੀ ਜਿਵੇਂ ਇੱਥੇ ਲੰਗਰ ਦੀ ਸੇਵਾ ਸੀਗੀ ਜਿਹੜੀ ਪ੍ਰਧਾਨ ਸਾਹਿਬ ਹੁਣੀ ਖੁਦ ਵੀ ਆ ਕੇ ਸੇਵਾ ਵੀ ਇੱਥੇ ਕਰਦੇ ਰਹੇ ਨੇ। ਔਰ ਹੁਣ ਉਹ ਪ੍ਰਧਾਨਗੀ ਜਿਹੜੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੀ ਜਿਹੜੀ ਸੀਗੀ ਉਹਦੀ ਪ੍ਰਧਾਨਗੀ ਸੀਗੀ, ਉਹ ਛੱਡ ਕੇ ਸਿੱਖਾਂ ਦੀ ਸੇਵਾ ਕਰਨੀ ਜਾਂ ਸੰਗਤਾਂ ਦੀ ਸੇਵਾ ਕਰਨੀ ਛੱਡ ਕੇ ਹੁਣ ਉਹ ਸਿਆਸਤ ਦੇ ਵਿੱਚ ਕੁੱਦ ਚੁੱਕੇ ਨੇ, ਬੀਜੇਪੀ ਜੁਆਇਨ ਕਰ ਚੁੱਕੇ ਨੇ। ਅਜੇ ਤਾਂ ਮਿਲਣਾ ਬਾਕੀ ਹੈ ਕਿ ਉਹ ਕਿਹੜੀਆਂ ਟਿਕਟਾਂ ਤੋਂ ਲੜਨਗੇ, ਕਦੋਂ ਜਦੋਂ ਚੋਣਾਂ ਹੋਣਗੀਆਂ। ਪਰੰਤੂ ਫਿਲਹਾਲ ਬੀਜੇਪੀ ਜੁਆਇਨ ਬਹੁਤ ਜਲਦੀ ਉਹ ਕਰ ਚੁੱਕੇ ਨੇ ਔਰ ਆਉਣ ਵਾਲੇ ਸਮੇਂ 'ਚ ਦੇਖਾਂਗੇ ਕਿ ਉਹ ਕਿਸਾਨ ਜਿਹੜੇ ਨੇ ਹੋਰ ਕੀ ਵਿਅੰਗ ਉਹਨਾਂ ਦੇ ਲਈ ਲੈ ਕੇ ਆਉਂਦੇ ਨੇ। ਕਿਉਂਕਿ ਕੰਗਣਾ ਰਣੌਤ ਦਾ ਕੇਸ ਜਿਹੜਾ ਹੈ ਉਹ ਹੁਣ ਕਿੰਨਾ ਚਿਰ ਲਮਕੇਗਾ ਜਾਂ ਉਹ ਵਾਪਸ ਲੈ ਲਿਆ ਜਾਵੇਗਾ ਕਿ ਕਿਸਾਨ ਜਿਹੜੇ ਚਾਹੁੰਦੇ ਸੀਗੇ ਜਾਂ ਸਿੱਖ ਜਿਹੜੇ ਸੀਗੇ ਖਾਸ ਤੌਰ ਦੇ ਉੱਪਰ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸੀਗੀ ਉਹਨਾਂ ਟਵੀਟਾਂ ਦੇ ਨਾਲ, ਉਹ ਵੀ ਇਸ ਚੀਜ਼ ਨੂੰ ਬੜੇ ਗੌਰ ਨਾਲ ਵਾਚਣਗੇ।